सीबीआई ਦੀ ਜਾਂਚ ਤੇ ਵੀ ਜਿਹੜੀਆਂ ਕਹਿ ਰਹੇ ਆ ਕਿਉਂਕਿ ਸੀਬੀਆਈ ਨੇ ਪਹਿਲਾਂ ਜਾਂਚ ਕੀਤੀ ਸੀਗੀ ਤੇ ਹਜੇ ਉਹਨਾਂ ਦੀ ਜਾਂਚ ਅਧੂਰੀ ਹੈ। 4 ਸਾਲ ਪਹਿਲਾਂ ਜਾਂ ਉਸ ਟਾਈਮ ਤੋਂ ਸਾਲ ਦੇ ਬਾਅਦ ਵਿੱਚ ਜਿਹੜੀਆਂ ਅੱਜ ਹੋ ਰਹੀਆਂ ਹੋਣੀਆਂ ਚਾਹੀਦੀਆਂ ਸੀ। ਡੇਰਾ ਪ੍ਰੇਮੀਆਂ ਦਾ ਫੜੇ ਜਾਣਾ, ਜਿਹੜੇ ਵੀ ਆ ਜਿੰਨੇ ਵੀ ਗ੍ਰਿਫਤਾਰ ਉਹ ਸਾਰੇ ਦੋਸ਼ੀ ਪਾਏ ਗਏ ਤੇ ਉਹਨਾਂ ਨੇ ਉਹ ਕਬੂਲਿਆ ਵੀ ਉਹਨਾਂ ਦੇ ਜਿਹੜੇ ਗੁਨਾਹ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਉਹਨਾਂ ਨੇ ਗੁਨਾਹ ਕਬੂਲਿਆ ਤੇ ਦੋਸ਼ੀ ਪਾਏ ਗਏ। ਉਹਨਾਂ ਤੇ ਵੀ ਇਹ ਕਹਿ ਰਿਹਾ ਸੀਬੀਆਈ ਵੀ ਜਾਂਚ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਸੀਬੀਆਈ ਜਾਂਚ ਕਿਉਂ ਰੋਕੂਗੀ? ਸੀਬੀਆਈ ਜਾਂਚ ਰੋਕਦੀ ਤਾਂ ਪਹਿਲਾਂ ਡੇਰਾ ਮੁਖੀ ਨੂੰ ਸੀਬੀਆਈ ਨੇ ਅੰਦਰ ਕੀਤਾ ਰੂਪ ਚੋਰੀ ਕੀਤੇ ਗਏ ਪੰਥ ਦੁਖੀਆਂ ਵੱਲੋਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਹੋ ਤਾਂ ਸਾਰੀ ਰਾਜਨੀਤੀ ਰਹੀ ਹੈ। ਸਰਕਾਰ ਬਣਦੀ ਆ, ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਤਾਂ ਇਸ ਬਿਹੇਵ ਦੇ ਉੱਤੇ ਹੁੰਦੀ ਆ ਕਿ ਉਹਨਾਂ ਨੇ ਬੇਅਦਬੀ ਦਾ ਜਿਹੜਾ ਫੈਸਲਾ ਉਹ ਦੇਣਾ ਤੇ ਉਸ ਟਾਈਮ ਰੈਲੀਆਂ ਦੇ ਵਿੱਚ ਕਿਹਾ ਗਿਆ ਉਹਨਾਂ ਵੱਲੋਂ ਕਿ ਇਹਦੇ ਮੁੱਖ ਦੋਸ਼ੀ ਆ ਜਿਹੜੇ ਬਾਦਲ ਪਰਿਵਾਰ ਆ, ਬੇਅਦਬੀ ਵਾਲੇ ਫੜੇ ਆ। ਪਰ ਉਹਦੇ ਵਿੱਚ ਫਿਰ ਵੀ ਇਹ ਸਰਸਾ ਸਾਧ ਦੀ ਜਿਹੜੀ ਸਪੋਰਟ ਕਰ ਰਹੇ ਆ, ਬਾਦਲ ਵੀ ਕਰ ਰਹੇ ਆ ਵੀ ਅਸੀਂ ਨਹੀਂ ਸੀ ਇੱਦਾਂ, ਤੇ ਸਰਸਾ ਸਾਧ ਵਾਲੇ ਮੰਨ ਰਹੇ ਆ ਵੀ ਸਾਨੂੰ ਬਾਦਲਾਂ ਨੇ ਜਿਹੜੀ ਪੂਰੀ ਸਪੋਰਟ ਕੀਤੀ, ਸਾਡੇ ਡੇਰੇ 'ਚੋਂ ਹੁਕਮ ਹੋਏ ਸੀ ਬਾਦਲਾਂ ਨੂੰ ਵੋਟਾਂ ਪਾਉਣ ਦੇ, ਜਿਤਾਉਣ ਦੇ। ਪੰਥ ਦੇ ਜਿਹੜੀ ਪਿੱਠ 'ਚ ਛੁਰਾ ਮਾਰਿਆ ਬਾਦਲਾਂ ਨੇ, ਉਹ ਕਦੇ ਵੀ ਪੰਥ ਉਹਨਾਂ ਨੂੰ ਬਖਸ਼ੂਗਾ ਨਹੀਂ ਤੇ ਵਾਹਿਗੁਰੂ ਆਪ ਸਜ਼ਾਵਾਂ ਦੇਣਗੇ। ਉਹ ਇੱਕ ਬਲਾਤਕਾਰੀ ਰੂਪ ਦੇ ਵਿੱਚ ਜੇਲ੍ਹ 'ਚ ਬੈਠਾ, ਪਰ ਸਰਕਾਰ ਨਾਲ ਭਾਈਵਾਲ ਤਾਂ ਅੱਜ ਵੀ ਉਹਦੀ ਕਾਇਮ ਆ। ਸੀਬੀਆਈ ਆ ਜਿਹੜੀ ਕਠਪੁਤਲੀ ਭਾਜਪਾ ਦੀ ਆ, ਸੋ ਭਾਜਪਾ ਉਹਨਾਂ ਨੂੰ ਬਚਾਉਣ ਦੇ ਲਈ ਡੇਰੇ ਵਾਲੇ ਆ ਜਿਹੜੇ ਉਹ ਸਰਸੇ ਵਾਲੇ ਆ, ਸਾਧ ਬੇਅਦਬੀ ਦੇ ਵਿੱਚ ਇਨਵੋਲਵ ਨਾ ਹੋਣ। ਜਿਹੜੇ ਆਪਣੇ ਗੁਰੂ ਦੇ ਨਹੀਂ ਬਣਦੇ ਉਹ ਪੰਜਾਬ ਦੇ ਲੋਕਾਂ ਦੇ ਕਿੱਥੋਂ ਬਣਨਗੇ? ਅਸੀਂ ਇਹੀ ਬੇਨਤੀ ਕਰਦੇ ਵੀ ਇਹਨਾਂ ਤੋਂ ਕਿਨਾਰਾ ਕਰੋ। ਇਹ ਪੂਰਨ ਦੋਸ਼ੀ ਆ, ਗੋਲੀਆਂ ਚਲਾਉਣ ਦੇ ਵਿੱਚ ਇਹਨਾਂ ਦੀ ਗੱਲ ਹੁੰਦੀ ਆ। ਸੀਐਮ ਹਾਊਸ ਦੀਆਂ ਕਾਲਾਂ ਡਿਟੇਲਾਂ ਆਪਾਂ ਖੁਦ ਸਾਰਿਆਂ ਨੇ ਚੈੱਕ ਕਰ ਚੁੱਕੇ ਆ ਇਨਵੈਸਟੀਗੇਸ਼ਨ ਟੀਮ ਦੇ ਵਿੱਚ। ਕੋਈ ਇੱਥੇ ਤੇ AK-47 ਲੈ ਕੇ ਨਹੀਂ ਬੈਠੇ ਸੀਗੇ, ਕੋਈ ਇਹਨਾਂ ਕੋਲੇ ਬੰਬ ਨਹੀਂ ਸੀਗੇ ਵੀ ਜਿਹੜੇ ਇਹਨਾਂ ਨੇ ਪੰਜਾਬ ਤਬਾਹ ਕਰਨਾ। ਪੰਜਾਬ ਦੇ ਲੋਕ ਪੰਜਾਬ ਦੇ ਆਪਦੇ ਘਰਾਂ ਦੇ ਵਿੱਚ ਆਪਦੇ ਸੜਕਾਂ ਤੇ ਆ ਕੇ ਉਹ ਇੱਕ ਗੁਰੂ ਪਿਤਾ ਦਾ ਰੋਸ ਲੈ ਕੇ ਬੈਠੇ ਸੀ ਵੀ ਅਸੀਂ ਉਹਨਾਂ ਟਾਈਮ ਆਪਦੇ ਘਰੇ ਨਹੀਂ ਜਾਂਦੇ ਜਿੰਨਾ ਟਾਈਮ ਸਾਡੇ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ ਜਾਂ ਦੋਸ਼ੀ ਜੇਲ੍ਹਾਂ ਦੇ ਵਿੱਚ ਨਹੀਂ ਜਾਂਦੇ, ਤੁਸੀਂ ਉਹਨਾਂ ਨੂੰ ਫੜਦੇ ਨਹੀਂ। ਬਾਈਬਲ ਗੋਲੀकांड ਮਾਮਲੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਦੇ ਅਸੀਂ ਅੱਜ ਪਿੰਡ ਪਹੁੰਚੇ ਹਾਂ ਬਾਈਬਲ ਖੁਰਦ। ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ 5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ। ਹੁਣ ਫਿਰ ਤੋਂ ਜਿਹੜਾ ਹੈਗਾ ਸੈੱਟ ਵੱਲੋਂ ਤੀਜੀ ਲੈਂਦੀ ਗਈ ਹੈ। ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਸਾਡੇ ਨਾਲ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਲੱਗਦਾ ਉਹਨਾਂ ਨੂੰ ਕਿਤੇ ਨਾ ਕਿਤੇ ਇਨਸਾਫ ਦੀ ਕਿਰਨ ਜਿਹੜੀ ਜਾਗਦੀ ਦਿਖਾਈ ਦਿੰਦੀ ਹੈ ਕਿ ਫਿਰ ਜਿਹੜੀਆਂ ਜਿਵੇਂ ਪਹਿਲਾਂ ਲੋਕਾਂ ਦੀ ਭਾਵਨਾਵਾਂ ਬਣੀਆਂ ਸੀਗੀਆਂ ਇਨਸਾਫ ਮਿਲੂਗਾ, ਪਰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਹੁਣ ਕੀ ਲੱਗਦਾ ਤੁਹਾਨੂੰ? ਦੇਖੋ, ਜੇ ਆਪਾਂ ਇਨਸਾਫ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ 5 ਸਾਲ ਹੋ ਚੁੱਕਿਆ ਤਾਂ ਡਿਲੇ ਆ, ਬਹੁਤ ਜ਼ਿਆਦਾ ਡਿਲੇ ਆ। ਇਹ ਅੱਜ ਤੋਂ ਜਿਹੜਾ ਤਕਰੀਬਨ 4 ਸਾਲ ਪਹਿਲਾਂ ਜਾਂ ਉਸ ਟਾਈਮ ਤੋਂ ਸਾਲ ਦੇ ਬਾਅਦ ਵਿੱਚ ਜਿਹੜੀਆਂ ਅੱਜ ਹੋ ਰਹੀਆਂ ਹੋਣੀਆਂ ਚਾਹੀਦੀਆਂ ਸੀ। ਡੇਰਾ ਪ੍ਰੇਮੀਆਂ ਦਾ ਫੜੇ ਜਾਣਾ। ਬਾਕੀ ਜੇ ਆਪਾਂ ਸੈੱਟ ਦੀ ਗੱਲ ਕਰੀਏ ਤਾਂ ਹੁਣ ਜਿਹੜੀ ਸੈੱਟ ਨੇ ਸਪੀਡ ਫੜੀ ਆ IG ਕਮਰ ਵਿਜੇ ਪ੍ਰਤਾਪ ਦੀ ਅਗਵਾਈ ਦੇ ਵਿੱਚ ਜਿੰਨਾ ਵੀ ਕੰਮ ਕਰ ਰਹੀ ਆ ਤਾਂ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਜਿਹੜੇ ਅੱਜ ਤੱਕ ਦੀਆਂ ਗ੍ਰਿਫਤਾਰੀਆਂ ਹੋਈਆਂ, ਜਿਹੜੇ ਵੀ ਆ ਜਿੰਨੇ ਵੀ ਗ੍ਰਿਫਤਾਰ ਆ ਉਹ ਸਾਰੇ ਦੋਸ਼ੀ ਪਾਏ ਗਏ ਤੇ ਉਹਨਾਂ ਨੇ ਉਹ ਕਬੂਲਿਆ ਵੀ ਉਹਨਾਂ ਦੇ ਜਿਹੜੇ ਗੁਨਾਹ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਉਹਨਾਂ ਨੇ ਗੁਨਾਹ ਕਬੂਲਿਆ ਤੇ ਦੋਸ਼ੀ ਪਾਏ ਗਏ ਆ। ਸੋ ਕਿਤੇ ਨਾ ਕਿਤੇ ਲੱਗਦਾ ਵੀ ਜੇ ਇਸੇ ਤਰ੍ਹਾਂ IG ਕਮਰ ਵਿਜੇ ਪ੍ਰਤਾਪ ਹੋਣੀ ਵਧੀਆ ਇਨਵੈਸਟੀਗੇਸ਼ਨ ਕਰ ਰਹੇ ਆ, ਚੰਗੀ ਇਨਵੈਸਟੀਗੇਸ਼ਨ ਕਰਦਾ, ਜਲਦੀ ਹੀ ਜਿਹੜਾ ਦੋਸ਼ੀ ਆ ਜੇਲ੍ਹਾਂ ਦੇ ਵਿੱਚ ਹੋਣਗੇ। ਸੁਖਰਾਜ ਜੀ, ਤੁਹਾਡੀਆਂ ਪਹਿਲਾਂ ਵੀ ਅਸੀਂ ਇੰਟਰਵਿਊਆਂ ਸੁਣੀਆਂ, ਤੁਸੀਂ ਕਿਹਾ ਵੀ ਜਦੋਂ ਕਿਤੇ ਨਾ ਕਿਤੇ ਵੋਟਾਂ ਦਾ ਸਮਾਂ ਆ ਜਾਂਦਾ ਹੈ, ਵੋਟਾਂ ਦੇ ਸਮਾਂ ਦੇ ਵਿੱਚ ਆ ਕੇ ਜਿਹੜੀ ਇਹ ਤੀਜੀ ਲਿਆਂਦੀ ਜਾਂਦੀ ਹੈ, ਜਿਹੜੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰਿਹਾ, 4-5 ਲੋਕਾਂ ਨੂੰ ਗ੍ਰਿਫਤਾਰ ਕਰਦੇ ਆ ਔਰ ਫਿਰ ਛੱਡ ਦਿੰਦੇ ਆ। ਕੀ ਲੱਗਦਾ ਹੁਣ ਕਿਉਂਕਿ ਸਾਲ ਦਾ ਸਮਾਂ, ਕਰੀਬ 1.5 ਸਾਲ ਦਾ ਸਮਾਂ ਰਹਿ ਗਿਆ ਵੋਟਾਂ ਦੇ ਵਿੱਚ, ਫਿਰ ਤਾਂ ਨਹੀਂ ਕਿਤੇ ਰਾਜਨੀਤੀ ਹੋ ਰਹੀ? ਦੇਖੋ, ਇਹ ਜਿਹੜਾ ਗੱਲ ਕਰੀਏ ਆਪਾਂ ਬੇਅਦਬੀ ਜਦੋਂ ਤੋਂ ਹੋਈ ਆ 2015 1 ਜੂਨ 2015 ਤੋਂ ਲੈ ਕੇ ਸਰੂਪ ਚੋਰੀ ਕੀਤੇ ਗਏ ਪੰਥ ਦੁਖੀਆਂ ਵੱਲੋਂ, ਉਸ ਟਾਈਮ ਤੋਂ ਲੈ ਕੇ ਅੱਜ ਤੱਕ ਹੋ ਤਾਂ ਸਾਰੀ ਰਾਜਨੀਤੀ ਰਹੀ ਹੈ। ਸਰਕਾਰ ਬਣਦੀ ਆ, ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਤਾਂ ਇਸ ਬਿਹੇਵ ਦੇ ਉੱਤੇ ਹੁੰਦੀ ਆ ਕਿ ਉਹਨਾਂ ਨੇ ਬੇਅਦਬੀ ਦਾ ਜਿਹੜਾ ਫੈਸਲਾ ਉਹ ਦੇਣਾ ਤੇ ਉਸ ਟਾਈਮ ਰੈਲੀਆਂ ਦੇ ਵਿੱਚ ਕਿਹਾ ਗਿਆ ਉਹਨਾਂ ਵੱਲੋਂ ਕਿ ਇਹਦੇ ਮੁੱਖ ਦੋਸ਼ੀ ਆ ਜਿਹੜੇ ਬਾਦਲ ਪਰਿਵਾਰ ਆ। ਤਾਂ ਬੇਅਦਬੀ ਦੀਆਂ ਪੈੜਾਂ ਜਿਹੜੀਆਂ ਬਾਦਲ ਪਰਿਵਾਰ ਨੂੰ ਜਾਂ ਲੰਬੀ ਪਿੰਡ ਨੂੰ ਜਾਂਦੀਆਂ, ਉਸ ਟਾਈਮ ਇਹ ਕੈਪਟਨ ਸਾਹਿਬ ਜਿਹੜੇ ਰੈਲੀਆਂ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੁੰਦੇ ਸੀ, ਉਹ ਗੱਲਾਂ ਕਰਦੇ ਸੀ। ਤਾਂ ਲੋਕਾਂ ਨੇ ਇਸ ਭਾਵਨਾ ਨੂੰ ਸਮਝਦੇ ਹੋਏ ਇਸ ਭਾਵਕ ਰੂਪ ਦੇ ਵਿੱਚ ਹੋ ਕੇ ਇਹਨਾਂ ਨੂੰ ਵੋਟਾਂ ਪਾਈਆਂ। ਕਾਂਗਰਸ ਸਰਕਾਰ ਜਿਹੜੀ ਸੱਤਾ 'ਚ ਲੈ ਕੇ ਆਂਦੀ, ਪਰ ਉਸ ਸੱਤਾ 'ਚ ਆਉਣ ਤੋਂ ਬਾਅਦ ਜਿਹੜੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਬਦਲ ਗਿਆ। ਉਹਨਾਂ ਨੂੰ ਪੈੜਾਂ ਦਿਸਣੋਂ ਹਟ ਗਈਆਂ ਤੇ ਜਿਹੜੀ ਭਾਈਵਾਲਤਾ ਉਹ ਨਜ਼ਰ ਆਉਣ ਲੱਗ ਗਈ। ਸੋ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਵੀ ਆਉਂਦੇ ਆ ਵੀ ਅਸੀਂ ਕਦੇ ਕਿਹਾ ਹੀ ਨਹੀਂ ਵੀ ਬਾਦਲ ਆ ਜਿਹੜੇ ਇਨਵੋਲਵ ਹੈਗੇ ਆ।
ਸੋ ਇਹ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਵੀ ਇਹ ਰਾਜਨੀਤੀ ਕੀਤੀ ਜਾ ਰਹੀ ਹੈ। 5 ਸਾਲ ਉਹ ਤੇ 5 ਸਾਲ ਇਹ। ਹੁਣ ਵੀ ਹੋ ਸਕਦਾ ਕੋਈ ਇਹਨਾਂ ਦਾ ਆਪਦਾ ਕੋਈ ਪ੍ਰੋਪੋਗੰਡਾ ਹੋਵੇ ਜਿਹਦੇ ਕਾਰਨ ਬੇਅਦਬੀ ਵਾਲੇ ਫੜੇ ਆ, ਪਰ ਉਹਦੇ ਵਿੱਚ ਫਿਰ ਵੀ ਇਹ ਸਰਸਾ ਸਾਧ ਦੀ ਜਿਹੜੀ ਸਪੋਰਟ ਕਰ ਰਹੇ ਆ। ਬਾਦਲ ਵੀ ਕਰ ਰਹੇ ਆ ਵੀ ਅਸੀਂ ਨਹੀਂ ਸੀ ਇੱਦਾਂ, ਤੇ ਸਰਸਾ ਸਾਧ ਵਾਲੇ ਮੰਨ ਰਹੇ ਆ ਵੀ ਸਾਨੂੰ ਬਾਦਲਾਂ ਨੇ ਜਿਹੜੀ ਪੂਰੀ ਸਪੋਰਟ ਕੀਤੀ, ਸਾਡੇ ਡੇਰੇ 'ਚੋਂ ਹੁਕਮ ਹੋਏ ਸੀ ਬਾਦਲਾਂ ਨੂੰ ਵੋਟਾਂ ਪਾਉਣ ਦੇ, ਜਿਤਾਉਣ ਦੇ। ਸੋ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਨਾਕਾਮੀਆਂ ਜਿਹੜੀਆਂ ਸਾਹਮਣੇ ਆ ਰਹੀਆਂ, ਤਾਂ ਪੰਥ ਦੇ ਜਿਹੜੀ ਪਿੱਠ 'ਚ ਛੁਰਾ ਮਾਰਿਆ ਬਾਦਲਾਂ ਨੇ, ਤਾਂ ਉਹ ਕਦੇ ਵੀ ਪੰਥ ਉਹਨਾਂ ਨੂੰ ਬਖਸ਼ੂਗਾ ਨਹੀਂ ਤੇ ਵਾਹਿਗੁਰੂ ਆਪ ਸਜ਼ਾਵਾਂ ਦੇਣਗੇ। ਇਹ ਸੀਬੀਆਈ ਦੀ ਜਾਂਚ ਤੇ ਵੀ ਜਿਹੜੀਆਂ ਕਹਿ ਰਹੇ ਆ, ਕਿਉਂਕਿ ਸੀਬੀਆਈ ਨੇ ਪਹਿਲਾਂ ਜਾਂਚ ਕੀਤੀ ਸੀਗੀ ਤੇ ਹਜੇ ਉਹਨਾਂ ਦੀ ਜਾਂਚ ਅਧੂਰੀ ਹੈ। ਠੀਕ ਹੈ, ਹੁਣ ਜਿਹੜਾ ਸੈਟ ਵੱਲੋਂ ਦੁਬਾਰਾ ਫੇਰ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸੀਬੀਆਈ ਵੱਲੋਂ ਜਿਹੜੀ ਉਹਨਾਂ ਵੱਲੋਂ ਅਦਾਲਤ ਦੇ ਵਿੱਚ ਗਏ ਹੈ ਸੀਬੀਆਈ, ਉਹਨਾਂ ਤੇ ਵੀ ਇਹ ਕਹਿ ਰਿਹਾ ਸੀਬੀਆਈ ਵੀ ਜਾਂਚ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਸੀਬੀਆਈ ਜਾਂਚ ਕਿਉਂ ਰੋਕੂਗੀ? ਸੀਬੀਆਈ ਜਾਂਚ ਰੋਕਦੀ ਤਾਂ ਪਹਿਲਾਂ ਡੇਰਾ ਮੁਖੀ ਨੂੰ ਸੀਬੀਆਈ ਨੇ ਅੰਦਰ ਕੀਤਾ, ਹੁਣ ਕਿਉਂ ਇਹ ਗੱਲ? ਇਹਦੇ 'ਚ ਬਈ ਰਮਣਾ ਸਾਹਿਬ ਦੋ ਗੱਲਾਂ ਆਉਂਦੀਆਂ, ਕਿਉਂਕਿ ਜਿਹੜਾ ਪਹਿਲਾਂ ਵਾਲੇ ਕੇਸ ਦੇ ਵਿੱਚ ਸਰਸਾ ਸਾਧ ਅੰਦਰ ਆ, ਉਹਦੀਆਂ ਬਦਚਲਨੀਆਂ ਬਦਨੀਤੀਆਂ ਜਿਹੜੀਆਂ ਉਹਦੀਆਂ ਗਲਤ ਕੰਮ ਸੀ, ਕੁਕਰਮ ਉਹਦੇ ਕੀਤੇ ਹੋਏ ਸੀਗੇ, ਉਹਨਾਂ ਕਰਕੇ ਉਹਨਾਂ ਤੋਂ ਪਰਦਾ ਚੱਕਿਆ ਗਿਆ। ਤਾਂ ਉਹ ਸੀਬੀਆਈ ਕੋਲੇ ਕੇਸ ਸੀਗਾ ਤਾਂ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ, ਤਾਂ ਉਹ ਇੱਕ ਬਲਾਤਕਾਰੀ ਰੂਪ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚ ਬੈਠਾ। ਸੋ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਉਹ ਇੱਕ ਬਲਾਤਕਾਰੀ ਰੂਪ ਦੇ ਵਿੱਚ ਜੇਲ੍ਹ 'ਚ ਬੈਠਾ, ਪਰ ਸਰਕਾਰ ਨਾਲ ਭਾਈਵਾਲ ਤਾਂ ਅੱਜ ਵੀ ਉਹਦੀ ਕਾਇਮ ਆ। ਅੱਜ ਵੀ ਉਹਦਾ ਜਿਹੜਾ ਭਾਜਪਾ ਨਾਲ ਗੱਠ ਜੋੜਾ, ਜਿਵੇਂ ਅਕਾਲੀ ਦਲ ਦਾ ਇੱਥੇ ਆ, ਉਹਦਾ ਵੀ ਉੱਥੇ ਉੱਪਰ ਸੱਤਾ ਦੇ ਵਿੱਚ ਭਾਜਪਾ ਹੈਗੀ ਆ। ਸੋ ਸੀਬੀਆਈ ਇਸ ਕੇਸ ਦੇ ਵਿੱਚੋਂ ਬਚਾਉਣਾ ਇਹ ਚਾਹੁੰਦੀ ਆ, ਕਿਉਂਕਿ ਲੋਕ ਆ ਜਿਹੜੇ ਉਹਦੇ ਡੇਰੇ ਨਾਲ ਜੁੜੇ ਆ, ਉਹ ਜ਼ਰੂਰੀ ਨਹੀਂ ਹੈ ਸਾਰੇ ਉੱਧਰੋਂ ਉਹਨੂੰ ਦੇਖ ਕੇ ਜੁੜਿਆ। ਕਈ ਇਹੋ ਜਿਹੇ ਪ੍ਰੇਮੀ ਵੀ ਜਿਹੜੇ ਸਿੱਖ ਪੰਥ 'ਚ ਭਾਵਨਾ ਰੱਖਦੇ ਆ, ਜਿਹੜੇ ਉਹ ਚੀਜ਼ ਨੂੰ ਗਲਤ ਮੰਨਦੇ ਆ ਵੀ ਡੇਰੇ ਵਾਲੇ ਨੇ ਜੇ ਕੀਤਾ ਤਾਂ ਗਲਤ ਕੀਤਾ। ਤਕਰੀਬਨ ਕਈਆਂ ਨੂੰ ਜਿਨ੍ਹਾਂ ਨੂੰ ਪਤਾ ਲੱਗ ਚੁੱਕਿਆ ਉਹ ਛੱਡ ਚੁੱਕਿਆ ਡੇਰਾ, ਉਹ ਨਹੀਂ ਉਹਨਾਂ ਦੇ ਪੈਰੋਕਾਰ ਰਹੇ ਆ। ਸੋ ਉਹ ਇਹ ਚੀਜ਼ ਨੂੰ ਆਪਣੀ ਸੱਤਾ ਆਪਣੀ ਡੇਰੇ ਦੇ ਵਿੱਚ ਕਾਇਮ ਰੱਖਣ ਦੇ ਲਈ ਜਿਹੜਾ ਉਹਨਾਂ ਨੇ ਡੇਰੇ ਵਾਲਿਆਂ ਨਾਲ ਸਾਥ ਆ, ਭਾਜਪਾ ਉਹਨਾਂ ਦੇ ਸਿਰ ਤੇ ਹੱਥ ਰੱਖ ਰਹੀ ਆ। ਸੀਬੀਆਈ ਆ ਜਿਹੜੀ ਕਠਪੁਤਲੀ ਭਾਜਪਾ ਦੀ ਆ। ਸੋ ਭਾਜਪਾ ਉਹਨਾਂ ਨੂੰ ਬਚਾਉਣ ਦੇ ਲਈ ਡੇਰੇ ਵਾਲੇ ਆ ਜਿਹੜੇ ਉਹ ਸਰਸੇ ਵਾਲੇ ਆ, ਸਾਧ ਬੇਅਦਬੀ ਦੇ ਵਿੱਚ ਇਨਵੋਲਵ ਨਾ ਹੋਣ। ਇੱਥੇ ਤਾਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਿੱਤੀ ਸੀ। ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਪੰਜਾਬ ਦੀ ਸੈੱਟ ਹੈ ਜਿਹੜੀ ਉਹਨੇ ਕਿਤੇ ਵੀ ਇਹ ਨਹੀਂ ਕੀਤਾ ਸੀਗਾ ਵੀ ਇਹ ਸੈੱਟ ਮਤਲਬ ਆਪਣੀ ਕਾਰਵਾਈ ਨਹੀਂ ਕਰੂਗੀ। ਹੁਣ ਉਹ ਕਾਰਵਾਈ ਕਰ ਰਹੀ ਹੈ। ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਦੋਸ਼ੀ ਪਾਏ ਗਏ 7 ਬੰਦੇ ਜਿਹੜੇ ਫੜੇ ਸੀਗੇ, ਉਹਨਾਂ ਦੇ ਵਿੱਚੋਂ 5 ਦੋਸ਼ੀ ਆ, 2 ਬੇਲ ਤੇ ਆ। ਸੋ ਉਹ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦਾ ਪਾਰਟ ਹੈਗੇ ਆ। ਤਾਂ ਉਹਨਾਂ ਦੇ ਬਿਹੇਵ ਤੇ ਉਹ ਸਰਸੇ ਵਾਲੇ ਸਾਧ ਦੇ ਜਿਹੜੇ ਉਹਨਾਂ ਨੇ ਨਾਮਜ਼ਦ ਕੀਤਾ, ਪਰ ਉਹਦੇ ਵਾਰੰਟ ਇੱਥੇ ਲਿਆਉਣ ਲਈ ਉਹ ਵੀ ਸਰਕਾਰਾਂ ਆਪਣੀਆਂ ਜਿਹੜੀ ਰਣਨੀਤੀ ਬਣਾ ਰਹੀਆਂ ਵੀ ਉਹ ਨਹੀਂ ਲੈ ਕੇ ਆਉਣੀਆਂ। ਇੰਨਾ ਕੁ ਸੰਗਤਾਂ ਨੂੰ ਪਤਾ ਹੈ ਕਿ ਉਹਨੂੰ ਇੱਥੋਂ ਤੱਕ ਨਹੀਂ ਲੈ ਕੇ ਆਉਣਾ, ਕਿਉਂਕਿ ਸਰਕਾਰਾਂ ਦੇ ਨਾਲ ਹੱਥ ਮਿਲੇ ਹੋਏ ਆ। ਇੱਕ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ ਇਹ 5 ਬੰਦੇ ਫੜ ਕੇ ਅੰਦਰ ਦੇਤੇ ਆ। ਸੀਬੀਆਈ ਨੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਆ। ਦੁਬਾਰਾ ਸੀਬੀਆਈ ਇਨਵੋਲਵਮੈਂਟ ਹੋ ਰਹੀ ਹੈ ਉਹਨੂੰ ਬਚਾਉਣ ਦੇ ਲਈ, ਕਿਉਂਕਿ ਜੇ ਇਨਸਾਫ ਦੇਣਾ ਚਾਹੁੰਦੇ ਆ, ਉਹ ਭਾਵੇਂ ਕੇਂਦਰ ਦੀ ਸਰਕਾਰ ਹੋਵੇ, ਉਹ ਭਾਵੇਂ ਪੰਜਾਬ ਦੀ ਸਰਕਾਰ ਹੋਵੇ, ਤਾਂ ਉਹ ਕੋਈ ਵੀ ਇੱਕ ਏਜੰਸੀ ਹੈ ਜਿਹੜੀ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ, ਉਹ ਇਨਸਾਫ ਦੇ ਸਕਦੇ ਆ। ਸਾਰਿਆਂ ਨੂੰ ਪਤਾ ਦੁਖਾਂਤ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਕਿਹਨੇ ਕੀਤਾ, ਉਹ ਵੀ ਉਹ ਜਾਣਦੇ ਆ। ਪਰ ਉਹਨੂੰ ਬਚਾਉਣ ਦੇ ਲਈ ਕਿਤੇ ਨਾ ਕਿਤੇ ਸੀਬੀਆਈ ਜਿਹੜੀ ਇੰਟਰਫੇਰੈਂਸ ਕਰ ਰਹੀ ਆ। ਤਾਂ ਉਹਦੇ ਲਈ ਅਸੀਂ ਪਿੱਛੇ ਜੇ ਸਰਕਾਰ ਦੇ ਵਿਰੁੱਧ ਮੁਜ਼ਾਹਰਾ ਵੀ ਕੀਤਾ ਸੀਗਾ, ਜਿਹਦੇ ਵਿੱਚ ਸੀਬੀਆਈ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇਸ ਇਨਵੈਸਟੀਗੇਸ਼ਨ ਦਾ ਪਾਰਟ ਨਾ ਹੋਵੇ। ਤੇ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਵੀ ਸੀਬੀਆਈ ਹੈ ਜਿਹੜੀ ਇਹ ਤੋਂ ਪਾਸੇ ਰਹੇ। ਜਿਹੜੀ ਪੰਜਾਬ ਪੁਲਿਸ ਆ, ਪੰਜਾਬ ਦਾ ਦਿਖਾਂਤ ਆ, ਪੰਜਾਬ ਦੇ ਲੋਕਾਂ ਤੇ ਹੰਢਾਇਆ ਗਿਆ, ਸੋ ਭਲੀ ਭਾਂਤ ਜਾਣਦੇ ਆ। ਤਾਂ ਉਹਦੀ ਇਨਵੈਸਟੀਗੇਸ਼ਨ ਵਿੱਚ ਕਹਿੰਦੇ ਆ ਵੀ ਚੰਗੇ ਢੰਗ ਨਾਲ ਜਿਹੜੇ ਦੋਸ਼ੀ ਆ ਉਹਨਾਂ ਤੇ ਕੀਤੀ ਜਾਵੇ। ਬੇਦੋਸ਼ੀ ਆ ਜਿਹੜੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਉਹਨਾਂ ਨੂੰ ਵੀ ਫਸਾਇਆ ਨਾ ਜਾਵੇ, ਵੀ ਸਾਡੀ ਬੇਨਤੀ ਹੈ ਜੀ। ਸਿੱਖ ਜਥੇਬੰਦੀਆਂ, ਉਹਨਾਂ ਦੀ ਗੱਲ ਕਰ ਲਈਏ ਆਪਾਂ ਸਿੱਖ ਜਥੇਬੰਦੀਆਂ ਦੀ, ਉਹਨਾਂ ਨੂੰ ਕਿਵੇਂ ਮੰਨਦੇ ਹੋ? ਤੁਹਾਡੇ ਨਾਲ ਕਿੰਨੀਆਂ ਕੁ ਖੜੀਆਂ? ਕਿਉਂਕਿ ਜੇਕਰ ਹੁਣ ਬਿਆਨ ਆ ਰਹੇ ਆ ਤਾਂ ਦਾਦੂਵਾਲ ਸਾਹਿਬ ਦੇ ਜਾਂ ਧਿਆਨ ਸਿੰਘ ਮਾਨ ਦੇ ਉਦੋਂ ਖੜੇ ਆ, ਉਹਨਾਂ ਦਾ ਤੁਸੀਂ ਰੋਲ ਕੀ ਦੇਖਦੇ ਹੋ? ਨਹੀਂ, ਜੇ ਸਿੱਖ ਜਥੇਬੰਦੀਆਂ ਸਾਰੀਆਂ ਦੀ ਗੱਲ ਕਰੀਏ, ਸਾਰਿਆਂ ਦਾ ਤਾਂ ਮੈਂ ਕਹਿ ਨਹੀਂ ਸਕਦਾ। ਦਾਦੂਵਾਲ ਸਾਹਿਬ ਮੇਰੇ ਨਾਲ ਟੱਚ 'ਚ ਹੈਗੇ ਆ, ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਆ, ਤੇ ਉਹ ਜਦੋਂ ਕੋਈ ਪ੍ਰੋਗਰਾਮ ਹੁੰਦਾ ਉੱਥੇ ਮਿਲਣ ਵਰਤਨ ਵੀ ਹੁੰਦਾ ਰਹਿੰਦਾ, ਉਹ ਸਾਡੇ ਨਾਲ ਹੈਗੇ ਆ। ਤੇ ਬਾਕੀ ਜਿਹੜੀਆਂ ਜਥੇਬੰਦੀਆਂ ਦਾ, ਉਹ ਤਕਰੀਬਨ ਉਸ ਸਾਲ ਦੇ ਵਿੱਚ ਮਤਲਬ ਜਦੋਂ ਗੋਲੀकांड ਵਾਪਰਦਾ, ਵੱਧ ਤੋਂ ਵੱਧ 6 ਮਹੀਨੇ 3 ਮਹੀਨੇ ਜਿਹੜਾ ਆਉਣਾ ਜਾਣਾ ਘਰੇ ਲੱਗਿਆ ਰਿਹਾ ਉਹ ਹੈ, ਜਾਂ ਮੋਰਚੇ ਦੇ ਵਿੱਚ ਜਿੰਨਾ ਟਾਈਮ ਬੈਠੇ ਰਹੇ ਆ ਤਾਂ ਉਹਨਾਂ ਟਾਈਮ ਜਿਹੜੀ ਵਾਰਤਾਲਾਪ ਹੁੰਦੀ ਰਹੀ ਆ। ਉਸ ਤੋਂ ਬਾਅਦ ਜਾਂ ਮੇਰੇ ਕੇਸ ਦਾ ਕੋਈ ਵੀ ਪਾਰਟ ਸਿੱਖ ਜਥੇਬੰਦੀ ਨਹੀਂ ਆ। ਤੁਸੀਂ ਦਾਦੂਵਾਲ ਦੀ ਗੱਲ ਕੀਤੀ ਹੈ, ਧਿਆਨ ਸਿੰਘ ਮੰਡ ਨੇ 6 ਮਹੀਨੇ ਮੋਰਚਾ ਲਗਾਇਆ, ਇਨਸਾਫ ਲਈ ਮੋਰਚਾ ਲਗਾਇਆ। ਹੁਣ ਫਿਰ ਜਿਹੜਾ ਉਹਨਾਂ ਨੇ ਅਲਟੀਮੇਟਮ ਦਿੱਤਾ ਸਰਕਾਰ ਨੂੰ 6 ਤਰੀਕ ਦਾ, 6 ਸਤੰਬਰ ਦਾ, ਵੀ ਉਦੋਂ ਤੱਕ ਜੇਕਰ ਨਹੀਂ ਇਨਸਾਫ ਮਿਲਦਾ ਤਾਂ ਅਸੀਂ ਫਿਰ ਕੋਈ ਨਾ ਕੋਈ ਫੈਸਲਾ ਲਵਾਂਗੇ। ਦੇਖੋ, ਇਹ ਅਲਟੀਮੇਟ ਜਿਹੜਾ ਹੁਣ ਤਕਰੀਬਨ ਦਿੱਤਾ ਗਿਆ, ਇਹ ਅਲਟੀਮੇਟ ਦੇਣਾ ਬਣਦਾ ਸੀ ਜਦੋਂ ਆਪਾਂ ਮੋਰਚਾ ਚੱਕ ਰਹੇ ਹਾਂ। ਜਿਹੜੇ ਦਿਨ ਮੋਰਚਾ ਚੱਕਿਆ ਸਰਕਾਰ ਆ ਰਹੀ ਹੈ, ਜੇ ਉਸ ਦਿਨ ਸਰਕਾਰ ਨੂੰ ਇਹ ਅਲਟੀਮੇਟ ਦਿੱਤਾ ਜਾਂਦਾ ਵੀ ਅਸੀਂ 15 ਦਿਨ ਇੱਥੇ ਬੈਠੇ ਹਾਂ,
ਸੰਗਤਾਂ ਨਾਲ ਸਲਾਹ ਕਰਾਂਗੇ, ਸੰਗਤਾਂ ਦੇ ਜਿਹੜੇ ਆ ਸੁਝਾਅ ਲਵਾਂਗੇ। ਤੁਸੀਂ 15 ਦਿਨਾਂ 'ਚ ਆਪਦੀ ਕਾਰਵਾਈ ਕਰੋ ਜਿਹੜੀ ਤੁਸੀਂ ਇੱਥੇ ਸਾਨੂੰ ਕਹਿਣ ਆਏ ਹੋ, ਕੁਛ ਸਾਨੂੰ ਕਰਕੇ ਦਿਖਾਓ ਤਾਂ ਫਿਰ ਅਸੀਂ ਮੋਰਚਾ ਵੀ ਸੰਪੂਰਨ ਕਰਾਂਗੇ। ਤਾਂ ਇਹ ਜਿਹੜੀ ਮੋਰਚੇ ਦੀ ਡਿਕਟੇਟਰਸ਼ਿਪ ਸੀ ਉਸ ਟਾਈਮ, ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਉਹੀ ਦੱਸ ਸਕਦੇ ਆ ਵੀ ਉਹਨਾਂ ਦਾ ਸਰਕਾਰ ਦੇ ਨਾਲ ਕੀ ਹੋਇਆ ਜਾਂ ਉਹਨਾਂ ਨੇ ਕੀ ਕੀਤਾ, ਅੱਗੇ ਅਲਟੀਮੇਟਮ ਕਿਹਦੇ ਬਿਹੇਵ ਤੇ ਦਿੱਤਾ। ਉਹਨਾਂ ਨੇ ਤਾਂ ਨਾ ਰਹਿੰਦੇ ਸੀ ਜਿਹੜੇ ਜਥੇਬੰਦੀਆਂ ਦੇ ਆਗੂ, ਉਹਨਾਂ ਨੂੰ ਵੀ ਆਪਣੇ ਜਿਹੜਾ ਭਰੋਸੇ 'ਚ ਨਹੀਂ ਲਿਆ, ਉਹਨਾਂ ਨਾਲ ਵੀ ਗੱਲ ਨਹੀਂ ਕੀਤੀ। ਜੇ ਮੈਂ ਗੱਲ ਕਰਾਂ ਉਸ ਟਾਈਮ ਜਥੇਦਾਰ ਦਾਦੂਵਾਲ ਸਾਹਿਬ ਜੀ ਉਹ ਵੀ ਨਾਲ ਹੀ ਹੁੰਦੇ ਸੀ, ਉਹਨਾਂ ਨੂੰ ਵੀ ਉਹ ਵੀ ਉਸੇ ਸਟੇਜ ਤੋਂ ਉਹਨਾਂ ਨੇ ਵੀ ਉੱਥੇ ਵਿਰੋਧ ਕੀਤਾ ਵੀ ਇਹ ਮੇਰਾ ਫੈਸਲਾ ਨਹੀਂ ਹੈ, ਮੈਂ ਮੋਰਚਾ ਲੱਗਣ ਦੇ ਹੱਕ 'ਚ ਹੈਗਾ, ਵੀ ਮੋਰਚਾ ਲੱਗਿਆ ਰਹਿਣਾ ਚਾਹੀਦਾ, ਚੱਕਿਆ ਨਹੀਂ ਜਾਣਾ ਚਾਹੀਦਾ। ਸੋ ਇਹ ਜਿਹੜਾ ਚੱਕਣ ਦਾ ਫੈਸਲਾ ਸੀ ਇਹ ਜਥੇਦਾਰ ਧਿਆਨ ਸਿੰਘ ਮੰਡ ਦਾ ਸੀ, ਉਹੀ ਦੱਸ ਸਕਦੇ ਆ ਕਿਉਂਕਿ ਸਾਰਾ ਮੋਰਚੇ ਦੇ ਕਰਤਾ ਤਾਂ ਡਿਕਟੇਟਰਸ਼ਿਪ ਜਿਹੜੀ ਉਹਨਾਂ ਦੇ ਹੱਥ ਵਿੱਚ ਸੀ, ਉਹਨਾਂ ਨੂੰ ਪਤਾ ਸੀ ਉੱਥੇ ਕੀ ਹੋ ਰਿਹਾ। ਅਸੀਂ ਐਜ਼ ਏ ਸੰਗਤ ਰੂਪ ਉੱਥੇ ਸਾਰੇ ਜਾਂਦੇ ਸੀ। ਕੀ ਲੱਗਦਾ ਹੈ ਤੁਹਾਨੂੰ ਜਿਹੜਾ ਉਸ ਵਕਤ ਵੀ ਜਿਹੜਾ ਸਰਕਾਰ ਦੇ ਮੰਤਰੀ ਪਹਿਲਾਂ ਉਹਨਾਂ ਕੋਲੇ ਆਏ ਸੀਗੇ ਉਦੋਂ 2-3 ਦਿਨ ਬਾਅਦ ਹੀ ਆ ਗਏ ਸੀ, 6 ਮਹੀਨੇ ਬਾਅਦ ਵੀ ਉਹੀ ਗੱਲ ਕਹੀ ਗਈ ਸੀਗੀ, ਠੀਕ ਹੈ ਨਾ ਜੀ? 6 ਮਹੀਨੇ ਬਾਅਦ ਵੀ ਉਹੀ ਗੱਲ ਕਹੀ ਸੀਗੀ, ਕੋਈ ਉਹਦੇ ਵਿੱਚ ਨਵਾਂ ਉਹਨਾਂ ਵੱਲੋਂ ਜਿਹੜਾ ਆਪਣਾ ਕੋਈ ਵੀ ਗੱਲ ਨਹੀਂ ਰੱਖੀ ਗਈ, ਸਰਕਾਰ ਤੋਂ ਸਵਾਲ ਨਹੀਂ ਕੀਤਾ ਗਿਆ। ਉਹੀ ਸਵਾਲ 3 ਦਿਨ ਪਹਿਲਾਂ ਜਦੋਂ ਆਏ ਸੀ ਸਟਾਰਟ ਹੋਇਆ ਜਦੋਂ ਮੋਰਚਾ, ਉਹੀ ਸਵਾਲ 6 ਮਹੀਨੇ ਬਾਅਦ ਹੋਏ ਸੀਗੇ। ਪਰ ਹੁਣ ਜਿਹੜਾ ਦੁਬਾਰਾ ਫਿਰ ਸਰਕਾਰ ਨੂੰ ਇੱਕ ਉਹਨਾਂ ਨੇ ਵੱਲੋਂ ਚੈਲੰਜ ਕੀਤਾ ਗਿਆ, ਕੀ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਫਿਰ ਸਰਕਾਰ ਦੇ ਟੱਚ ਵਿੱਚ ਤਾਂ ਨਹੀਂ ਕਿਤੇ ਧਿਆਨ ਸਿੰਘ ਮੰਡ? ਨਹੀਂ ਦੇਖੋ, ਜੇ ਆਪਾਂ ਮੋਰਚੇ ਸਮਾਪਤੀ ਦੀ ਗੱਲ ਕਰਦੇ ਨਾ, ਮੋਰਚਾ ਜਿਹੜਾ ਸੀ 6 ਮਹੀਨੇ ਚਲਾ ਕੇ ਵੀ ਜਦੋਂ ਜਿੱਥੇ ਸਮਾਪਤ ਕੀਤਾ ਗਿਆ ਉਹ 3 ਦਿਨ ਤੇ ਵੀ ਸਮਾਪਤ ਹੁੰਦਾ ਸੀ। ਜਿਹੜੇ ਮੰਤਰੀ 6 ਮਹੀਨਿਆਂ ਬਾਅਦ ਉੱਥੇ ਆਏ ਆ ਉਹ 3 ਦਿਨਾਂ ਬਾਅਦ ਵੀ ਉੱਥੇ ਆਏ ਸੀ, ਮੋਰਚੇ ਦੇ ਵਿੱਚ ਆਏ ਸੀ, ਉਹਨਾਂ ਨੇ ਇਨਵੋਲਵਮੈਂਟ ਕੀਤੀ ਸੀ, ਗੱਲਬਾਤ ਹੋਈ ਸੀ ਉਹਨਾਂ ਦੀ ਆਪਸ ਵਿੱਚ। ਸੋ ਜਿਹੜੀਆਂ ਮੰਗਾਂ ਉਹ 6 ਮਹੀਨਿਆਂ ਬਾਅਦ ਬੋਲ ਕੇ ਗਏ, ਬੰਦੀ ਸਿੰਘ ਅਸੀਂ ਰਿਹਾ ਕਰਾਂਗੇ, ਬਣਦੇ ਟਾਈਮ ਤੇ ਉਹਨਾਂ ਦੀ ਪਰੋਲ ਦੇਵਾਂਗੇ, ਉਹ ਉਸੇ ਤਰ੍ਹਾਂ ਹੀ ਉਹ ਉਸ 3 ਦਿਨਾਂ 'ਚ ਵੀ ਕਹਿ ਕੇ ਗਏ ਸੀ। ਸੋ 6 ਮਹੀਨੇ ਬੈਠਣ ਦਾ ਫਿਰ ਤੁੱਕ ਨਹੀਂ ਬਣਦਾ ਸੀ। ਜੇ ਜਥੇਦਾਰ ਸਾਹਿਬ ਜੀ ਉੱਥੇ ਬੈਠੇ ਰਹਿੰਦੇ ਜਾਂ ਉਹਨਾਂ ਨਾਲ ਕੋਈ ਇਦਾਂ ਦਾ ਕੰਪਰੋਮਾਈਜ਼ ਨਾ ਕਰਦੇ ਤਾਂ ਅੱਜ ਨੂੰ ਜਿਹੜੀ ਦੁਰਦਸ਼ਾ ਕੇਸ ਦੀ ਸੀ ਬਹੁਤ ਵਧੀਆ ਹੋਣੀ ਸੀ। ਦੋਸ਼ੀ ਆ ਜਿਹੜੇ, ਈਵਨ ਕਿ ਆਪਾਂ ਬਾਦਲ ਤੱਕ ਵੀ ਗੱਲ ਕਰੀਏ, ਜੇ ਸਿੱਖ ਪੰਥ ਬਾਦਲ ਨੂੰ ਦੋਸ਼ੀ ਮੰਨਦੇ ਆ ਆਪਾਂ ਸਾਰੇ, ਬਾਦਲ ਦੋਸ਼ੀ ਆਪਾਂ ਨੂੰ ਪਤਾ ਉਸ ਟਾਈਮ ਮੌਜੂਦਾ ਗ੍ਰਹਿ ਮੰਤਰੀ ਵੀ ਰਿਹਾ ਤੇ ਆਪਣੇ ਆਪ ਨੂੰ ਅਕਾਲੀ ਦਲ ਦਾ ਆਗੂ ਵੀ ਕਹਾਉਂਦਾ ਸੀ, ਪਰ ਅਕਾਲੀ ਦਲ ਵਾਲੀ ਗੱਲਬਾਤ ਕੋਈ ਨਹੀਂ ਸੀ। ਉਸ ਟਾਈਮ ਦਾ ਦੋਸ਼ੀ ਅੱਜ ਨੂੰ ਇਹ ਜੇਲ੍ਹਾਂ ਦੇ ਵਿੱਚ ਹੁੰਦਾ ਜੇ ਸਾਡਾ ਪ੍ਰੈਸ਼ਰਾਈਜ਼ ਚੱਲਦਾ ਹੁੰਦਾ। ਜੇ ਅੱਜ ਕਾਰਵਾਈ ਹੋ ਰਹੀ ਆ ਉਹ ਸੈੱਟ ਆਪਣੇ ਬਿਹੇਵ ਤੇ ਕਰ ਰਹੀ ਆ, ਆਪਣੇ ਰਿਸਕ ਤੇ ਉਹ ਜਾਂ ਉਹ ਆਪਣੀ ਇਨਵੈਸਟੀਗੇਸ਼ਨ ਦੇ ਉੱਤੇ ਇਹਨਾਂ ਨੂੰ ਫੜ ਰਹੇ ਆ, ਤੇ ਅੱਜ ਦੇ ਟਾਈਮ ਮੋਰਚੇ ਨਾਲ ਕੋਈ ਵੀ ਤਾਲੁਕਾਤ ਨਹੀਂ। ਆਪਾਂ ਭਾਵੇਂ ਉਹ ਬੇਅਦਬੀ ਦਾ ਲਾ ਲਓ, ਭਾਵੇਂ ਉਹ ਗੋਲੀकांड ਦਾ ਲਾ ਲਓ, ਮੋਰਚੇ ਨਾਲ ਤੋਲ ਕੇ ਨਹੀਂ ਦੇਖਿਆ ਜਾ ਸਕਦਾ। ਜਿਹੜਾ ਉਹਨਾਂ ਨੇ ਅਲਟੀਮੇਟਮ ਦੀ ਗੱਲ ਕਰਦੇ ਆ, ਉਹ ਉਹਨਾਂ ਨੇ ਅਲਟੀਮੇਟਮ ਆਪਣੇ ਬਿਹੇਵ ਤੇ ਦਿੱਤਾ। ਤਾਂ ਉਹਦੇ 'ਚ ਅਸੀਂ ਇਹ ਕਹਾਂਗੇ ਬਈ ਜਿਹੜੀ ਸਰਕਾਰ ਤੁਹਾਡਾ ਮੋਰਚਾ ਚੁਕਾ ਗਈ ਆ, ਤੁਹਾਨੂੰ ਲਾਰੇ ਲਾ ਕੇ ਮੋਰਚਾ ਚੁਕਾ ਗਈ ਆ, ਤੁਹਾਨੂੰ ਗੱਲਾਂ ਕਰਕੇ ਮੋਰਚਾ ਚੁਕਾ ਗਈ ਆ, ਉਹ ਅੱਜ ਤੁਹਾਡਾ ਮੋਰਚਾ ਕਦੇ ਨਹੀਂ ਲੱਗਣ ਦੇਊਗੀ। ਸੋ ਇਹ ਵੀ ਇੱਕ ਲੋਕਾਂ ਨੂੰ ਜਿਹੜਾ ਪਬਲਿਕਲੀ ਸਟੰਟ ਮਾਰਿਆ ਜਾ ਰਿਹਾ ਵੀ ਅਸੀਂ ਬੈਠੇ ਨਹੀਂ ਆ, ਅਸੀਂ ਇੱਦਾਂ। ਸੋ ਉਹ ਗੱਲਾਂ ਜਿੰਨੀ ਉਹਨਾਂ ਨੇ ਡੇਟ ਦਿੱਤੀ ਆ ਉਸ ਦਿਨ ਤੋਂ ਆਪਾਂ ਅਗਲੇ ਦਿਨ ਬਾਅਦ ਵੇਖਾਂਗੇ ਵੀ ਅੱਜ ਮੋਰਚਾ ਕਿੱਥੇ ਲਾਈ ਬੈਠੇ ਆ ਉਹ, ਕਿਉਂਕਿ ਉਹਨਾਂ ਦਾ ਮੋਰਚਾ ਹਜੇ ਵੀ ਚੱਲ ਰਿਹਾ ਪਿੰਡੋਂ ਪਿੰਡ। ਉਹਨਾਂ ਨੇ ਕਿਹਾ ਸੀ ਵੀ ਸਾਡਾ ਮੋਰਚਾ ਚੱਲ ਰਿਹਾ, ਬਗਰਾੜੀ ਮੋਰਚਾ, ਪਰ ਸਾਨੂੰ ਕਿਤੇ ਦਿਖਿਆ ਨਹੀਂ ਹੈ ਚੱਲ ਰਿਹਾ। ਇਸੇ ਕਰਕੇ ਸਾਡਾ ਇੰਨਾ ਕੁ ਗਿਲਾ ਵੀ ਜੇ ਉਹ ਸਾਨੂੰ ਉੱਥੇ ਦੱਸਿਆ ਜਾਂਦਾ ਜਾਂ ਸੰਗਤ ਨੂੰ ਸਾਰੀ ਨੂੰ ਉੱਥੇ ਗੱਲ ਕੀਤੀ ਜਾਂਦੀ ਵੀ ਆਹ ਗੱਲ ਹੋ ਰਹੀ ਹੈ, ਜਾਂ ਉਸ ਟਾਈਮ ਤੇ ਅਲਟੀਮੇਟਮ ਦਿੱਤਾ ਜਾਂਦਾ ਤਾਂ ਅੱਜ ਗੱਲਾਂ ਹੋਰ ਹੋਣੀਆਂ ਸੀਗੀਆਂ। ਅੱਜ ਉਹ ਗੱਲ ਨਹੀਂ ਬਣਨੀ ਜਥੇਦਾਰ ਧਿਆਨ ਸਿੰਘ ਮੰਡ ਜੀ ਤੋਂ, ਜਿਹੜੀ ਜਦੋਂ 7 ਅਕਤੂਬਰ ਨੂੰ ਇਕੱਠ ਹੁੰਦਾ, 14 ਅਕਤੂਬਰ ਨੂੰ ਸ਼ਹੀਦੀ ਸਮਾਗਮ ਹੁੰਦਾ, 1 ਜੂਨ ਨੂੰ ਇਕੱਠ ਹੁੰਦਾ, ਕਿਉਂਕਿ ਉੱਥੇ ਉਹ ਇਕੱਠ ਹੈ ਜਿਹੜੇ ਲੋਕਾਂ ਦੇ ਇੱਕ ਗੁਰੂ ਪ੍ਰਤੀ ਪਿਆਰ ਹੋਈ, ਬੇਅਦਬੀ ਤੇ ਇਨਸਾਫ ਲੈਣ ਦੀਆਂ ਗੱਲਾਂ ਜਿਹੜੀਆਂ ਉਹ ਇਕੱਠ ਦੇ ਵਿੱਚ ਕੀਤੀਆਂ ਗਈਆਂ ਸੀਗੀਆਂ। ਤਾਂ ਅੱਜ ਦੇ ਟਾਈਮ ਵਾਲਾ ਇਕੱਠ ਹੈ ਜਿਹੜਾ ਉਹ ਹੋਣਾ ਹੀ ਨਹੀਂ। ਪਹਿਲੀ ਗੱਲ ਤਾਂ ਐਡਾ ਇਕੱਠ, ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਉਸ ਟਾਈਮ ਆਈ ਸੀਗੀ, 2 ਰੈਲੀਆਂ ਉਸ ਟਾਈਮ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਰੱਖੀਆਂ ਹੋਈਆਂ ਸੀਗੀਆਂ ਜਿਹੜੇ ਪੰਥ ਦੇ ਦੋਖੀ ਆ। ਇੱਕ ਪਾਸੇ ਬਾਦਲਾਂ ਨੇ ਰੱਖੀ ਸੀ ਕੈਪਟਨਾਂ ਦੇ ਘਰੇ ਤੇ ਕੈਪਟਨ ਨੇ ਰੱਖੀ ਸੀ ਬਾਦਲਾਂ ਦੇ ਘਰੇ, ਤਾਂ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀਗਾ ਲੋਕਾਂ ਨੂੰ ਉੱਧਰ ਲੈ ਕੇ ਜਾਣ ਨੂੰ। ਪਰ ਲੋਕ ਉਸ ਟਾਈਮ ਪਾਰਟੀਬਾਜ਼ੀ ਛੱਡ ਕੇ ਇੱਕ ਗੁਰੂ ਨੂੰ ਸਮਰਪਿਤ ਹੋ ਕੇ ਸਾਰੇ ਬਗਰਾੜੀ ਦੀ ਧਰਤੀ ਤੇ ਆਏ ਸੀ। ਉਹਨਾਂ ਨੂੰ ਇਹ ਸੀਗਾ ਵੀ ਸਾਡੇ ਗੁਰੂ ਦਾ ਹੋਇਆ ਨਰਾਦਰ ਹੈ, ਜਿਹਦਾ ਇਨਸਾਫ ਅਸੀਂ ਜਲਦੀ ਲਵਾਂਗੇ। ਸੁਖਰਾਜ ਜੀ, ਜਦੋਂ ਬੇਅਦਬੀ ਦੇ ਇਨਸਾਫ ਲਈ ਕੋਟਕਪੂਰਾ ਦੀ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਥੇਬੰਦੀਆਂ ਇਕੱਠੀਆਂ ਹੁੰਦੀਆਂ, ਉਸ ਵਕਤ ਇੱਕ ਸਭ ਤੋਂ ਜਿਹੜੀ ਅਗਵਾਈ ਉਦੋਂ ਸਾਨੂੰ ਦੇਖਣ ਨੂੰ ਮਿਲੀ ਹੈ ਉਹ ਭਾਈ ਪੰਥਪ੍ਰੀਤ ਸਿੰਘ ਦੀ ਸੀਗੀ। ਟੰਡਰੀਆਂ ਵਾਲੇ ਵੀ ਪਹੁੰਚੇ, ਸਾਰੇ ਪਹੁੰਚੇ। ਉਦੋਂ ਬਾਅਦ ਪੰਥਪ੍ਰੀਤ ਨਾ ਕੋਈ ਮੋਰਚੇ 'ਚ ਆਏ, ਨਾ ਕੋਈ ਬਿਆਨ ਆਇਆ ਉਹਨਾਂ ਦਾ। ਕੀ ਮੰਨਦੇ ਹੋ ਤੁਸੀਂ? ਤੁਹਾਡੇ ਨਾਲ ਕਿਤੇ ਗੱਲਬਾਤ ਹੋਈ ਉਹਨਾਂ ਦੀ? ਦੇਖੋ, ਨਹੀਂ ਗੱਲਬਾਤ ਇੱਕ ਵਾਰ ਇੱਥੇ ਘਰੇ ਆਏ ਸੀ, ਉਦੋਂ ਹੋਈ ਸੀ ਮਾੜੀ ਜੀ, ਉਦੋਂ ਤਾਂ ਕਾਂਡ ਹੋਇਆ ਸੀ, ਉਸ ਟਾਈਮ ਆਏ ਸੀਗੇ। ਤਾਂ ਉਸ ਤੋਂ ਬਾਅਦ ਗੱਲਬਾਤ ਮੇਰੀ ਇੱਕ ਵਾਰ ਅੰਮ੍ਰਿਤਸਰ ਹੋਈ ਸੀਗੀ ਪੰਥਕ ਅਸੈਂਬਲੀ ਦੇ ਵਿੱਚ। ਉਸ ਟਾਈਮ ਮੈਂ ਕਿਹਾ ਵੀ ਸੀਗਾ ਵੀ ਇਹਨਾਂ ਨੂੰ ਪੁੱਛਿਆ ਜਾਵੇ, ਕਿਉਂਕਿ ਅਸੀਂ ਪੰਥ ਦੀ ਨੁਮਾਇੰਦਗੀ ਕਰਦੇ ਹਾਂ, ਅਸੀਂ ਲੋਕਾਂ ਨੂੰ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਾਂ। ਸੋ ਸਾਡਾ ਗੁਰਸਿੱਖੀ ਪ੍ਰਤੀ ਪਿਆਰ ਵੀ ਹੋਣਾ ਚਾਹੀਦਾ।
ਨਰਾਦਰ ਜਿਹੜਾ ਹੋਇਆ ਉਹਦੇ ਲਈ ਸਾਨੂੰ ਕਿਤੇ ਨਾ ਕਿਤੇ ਜਿਹੜਾ ਆਪਣਾ ਪੱਖ ਰੱਖਣਾ ਚਾਹੀਦਾ। ਆਪਸ ਵਿੱਚ ਮਤਭੇਦ ਹੋ ਸਕਦੇ ਆ। ਜੇ ਆਪਾਂ ਮੋਰਚੇ ਦੀ ਗੱਲ ਕਰੀਏ, ਬਗਰਾੜੀ ਮੋਰਚੇ 'ਚ ਜਿੰਨੇ ਵੀ ਆਏ ਸੀ, ਕਿਸੇ ਬਾਬੇ ਦੀ ਕਿਸੇ ਨਾਲ ਨਹੀਂ ਬਣਦੀ ਹੋਣੀ, ਕਿਸੇ ਦੀ ਜਥੇਦਾਰ ਧਿਆਨ ਸਿੰਘ ਨਾਲ ਨਹੀਂ ਬਣਦੀ ਹੋਣੀ, ਕਿਸੇ ਜਥੇਬੰਦੀ ਦੀ ਨਹੀਂ ਬਣਦੀ ਹੋਣੀ, ਪਰ ਉਹ ਮੋਰਚੇ ਦੇ ਵਿੱਚ ਆਉਣ ਦਾ ਕਾਰਨ ਇਹ ਸੀਗਾ ਵੀ ਉਹ ਇੱਕ ਗੁਰੂ ਪਿਤਾ ਦੇ ਇਨਸਾਫ ਲਈ ਉੱਥੇ ਮੋਰਚਾ ਲੱਗਿਆ, ਉਹਦੇ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ। ਉਹ ਵੱਖਰੀ ਗੱਲ ਆ ਉਹਦਾ ਨਤੀਜਾ ਬਾਅਦ ਦੇ ਵਿੱਚ ਕੀ ਆਇਆ, ਪਰ ਕੋਈ ਉਹਨੂੰ ਪਹਿਲਾਂ ਜੱਜ ਕਰੇ ਵੀ ਉਹਦਾ ਨਤੀਜਾ ਕੀ ਆ ਸਕਦਾ, ਉਹ ਚੰਗੀ ਗੱਲ ਨਹੀਂ ਸੀਗੀ। ਇਹ ਜਥੇਦਾਰ ਧਿਆਨ ਸਿੰਘ ਜੀ ਮੰਡ ਜਦੋਂ ਮੋਰਚੇ ਤੇ ਬੈਠੇ ਆ ਤਾਂ ਉੱਥੇ ਅਨੇਕਾਂ ਇਹੋ ਜਿਹੇ ਆਗੂ ਆਏ ਜਿਨ੍ਹਾਂ ਦੀ ਜਥੇਦਾਰ ਧਿਆਨ ਨਾਲ ਮੰਡ ਨਹੀਂ ਬਣਦੀ ਸੀਗੀ, ਜਾਂ ਜਥੇਦਾਰ ਦਾਦੂਵਾਲ ਸਾਹਿਬ ਨਾਲ ਨਹੀਂ ਬਣਦੀ ਸੀ, ਪਰ ਉਹ ਇੱਕ ਨਰਾਦਰ ਵਜੋਂ ਆਏ ਸੀ। ਉੱਥੇ ਇਹ ਨਹੀਂ ਆਏ, ਇਹਨਾਂ ਨੇ ਕੋਟਕਪੂਰੇ ਦੀ ਅਗਵਾਈ ਕੀਤੀ, ਸਾਰਾ ਘਟਨਾਕ੍ਰਮ ਨੂੰ ਅੰਜਾਮ ਇਹਨਾਂ ਨੇ ਦਿੱਤਾ। ਕਿਉਂਕਿ ਕੋਟਕਪੂਰੇ ਦੇ ਵਿੱਚ ਜਦੋਂ ਅਗਵਾਈ ਕਰਦੇ ਆ ਤਾਂ ਮੈਂ ਉਸ ਟਾਈਮ ਉੱਥੇ ਮੌਜੂਦ ਨਹੀਂ ਸੀ, ਪਰ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੇ ਵਿੱਚ ਇਹ ਬੋਲ ਰਹੇ ਆ ਜਾਂ ਉੱਥੋਂ ਦੀ ਸਿੱਖ ਸੰਗਤ ਦੱਸ ਰਹੀ ਆ ਕਿ ਪੰਥਪ੍ਰੀਤ ਸਾਹਿਬ ਜਿਹੜੇ ਕਹਿ ਰਹੇ ਆ ਵੀ ਸਾਰੇ ਜਿਹੜੇ ਸ੍ਰੀ ਸਾਹਿਬ ਇੱਕ ਸਾਈਡ ਤੇ ਰੱਖੇ ਜਾਣ, ਜਿਹੜੀਆਂ ਕੋਈ ਇਦਾਂ ਦੀ ਗੱਲ, ਕਿਉਂਕਿ ਉੱਥੇ ਲੋਕਾਂ ਨੂੰ ਜਿਹੜਾ ਕੁੱਟ ਕਟਹਿਰਾ ਕਰਾਉਣ ਦੇ ਵਿੱਚ ਜਾਂ ਲੋਕਾਂ ਦੇ ਕੁੱਟ ਪਾਉਣ ਦੇ ਵਿੱਚ ਜਿਹੜੇ ਉਹ ਇਹਨਾਂ ਦਾ ਜ਼ਿਆਦਾ ਯੋਗਦਾਨ ਰਿਹਾ, ਤੇ ਉਸ ਤੋਂ ਬਾਅਦ ਇਹ ਭੱਜਦੇ ਰਹੇ ਆ। ਕੋਈ ਇਹਨਾਂ ਨੇ ਅੱਗੇ ਸਰਗਰਮੀ ਨਹੀਂ ਕੀਤੀ, ਕੋਈ ਇਹਨਾਂ ਨੇ ਮੋਰਚਾ ਨਹੀਂ ਲਾਇਆ, ਕੋਈ ਇਹਨਾਂ ਦਾ ਬਿਆਨ ਨਹੀਂ ਆਇਆ। ਤਾਂ ਇਹ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਇੱਕ ਕਿੱਤਾ ਵਜੋਂ ਜਿਹੜੇ ਪੇਸ਼ ਆ ਰਹੇ ਆ ਆਪਾਂ, ਕੋਈ ਪਿਆਰ ਵਜੋਂ ਨਹੀਂ ਆ। ਕੋਈ ਜੇ ਪਿਆਰ ਵਜੋਂ ਆ ਤਾਂ ਸਾਨੂੰ ਦੀਵਾਨ ਬੰਦ ਕਰ ਦੇਣੇ, ਜੇ ਆਪ ਕਿਹਾ ਸੀ ਇਹਨਾਂ ਨੇ ਬੰਦ ਕਰ ਦੇਣੇ ਚਾਹੀਦੇ ਆ ਵੀ ਅਸੀਂ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਦੀਵਾਨ ਨਹੀਂ ਲਾਉਣੇ। ਤਾਂ ਉਹ ਬਿਆਨ ਕੀ ਆਉਂਦਾ, ਇੱਕ ਦੀਵਾਨ ਲਾਉਣ ਦਾ ਫਲਾਣੇ ਨੇ ਲਿਖਿਆ ਸੀ, ਉਹਨੇ ਲਾਤੇ ਤੇ ਹੁਣ ਮੈਂ ਵੀ ਲਾਊਂਗਾ। ਕਿਉਂ? ਅਸੀਂ ਆਪਦੀ ਇੱਕ ਰੋਟੀ ਲਈ ਚੱਲ ਰਹੇ ਹਾਂ, ਆਪਦੀ ਜੇਬ ਲਈ ਚੱਲ ਰਹੇ ਹਾਂ। ਜੇ ਅਸੀਂ ਗੁਰੂ ਪਿਤਾ ਦੇ ਇਨਸਾਫ ਲਈ ਚੱਲ ਰਹੇ ਹਾਂ ਤਾਂ ਉਹਨਾਂ ਟਾਈਮ ਅਸੀਂ ਕਿਉਂ ਨਾ ਸੰਘਰਸ਼ ਕਰੀਏ ਜਿੰਨਾ ਟਾਈਮ ਸਾਨੂੰ ਸਾਡਾ ਇਨਸਾਫ ਨਹੀਂ ਮਿਲਦਾ। ਕੀ ਅਸੀਂ ਕਿਹੜਾ ਮੂੰਹ ਲੈ ਕੇ ਸਟੇਜ ਤੇ ਬਹਿ ਕੇ ਕਹਿੰਦੇ ਅਸੀਂ ਬਗਰਾੜੀ 'ਚ ਗਏ ਸੀ, ਅਸੀਂ ਕੋਟਕਪੂਰੇ ਧਰਨੇ ਦੇ ਵਿੱਚ, ਇਨਸਾਫ ਤਾਂ ਸਾਨੂੰ ਮਿਲਿਆ ਨਹੀਂ। ਅਸੀਂ ਵੀ 4 ਸਾਲ ਤੋਂ ਅਦਾਲਤਾਂ ਦੇ ਧੱਕੇ ਖਾਈ ਜਾਂਦੇ, ਇਨਸਾਫ ਤਾਂ ਹਜੇ ਵੀ ਨਹੀਂ ਮਿਲਿਆ। ਇਹ ਅਸੀਂ ਵੀ ਨਹੀਂ ਕਹਿ ਸਕਦੇ, ਪਰ ਕਾਰਨ ਇਹ ਆ ਵੀ ਇੱਕ ਪੰਥ ਦਾ ਆਗੂ ਹੋਣ ਦੇ ਨਾਂ ਤੇ, ਗੁਰਸਿੱਖੀ ਦਾ ਪ੍ਰਚਾਰ ਕਰਨ ਦੇ ਨਾਂ ਤੇ ਸਾਡੀ ਗੁਰੂ ਪਿਤਾ ਦੀ ਬੇਅਦਬੀ ਹੋਈ ਆ, ਉਹਦੇ ਇਨਸਾਫ ਲਈ ਸਾਨੂੰ ਸੰਘਰਸ਼ ਕਰਨਾ ਪਹਿਲ ਕਦਮੀ ਹੈ। ਪਹਿਲਾਂ ਉੱਧਰ ਜਾਣਾ ਚਾਹੀਦਾ, ਫਿਰ ਉਸ ਤੋਂ ਬਾਅਦ ਅਸੀਂ ਰੋਟੀ ਲਈ ਜਿਹੜਾ ਚੱਲਣਾ, ਜਾਂ ਉਹਨਾਂ ਦੇ ਨਾਂ ਤੇ ਇੱਕ ਗੱਲ ਕਹਿਣੀ ਵੀ ਸਾਦਾ ਜੀਵਨ ਬਤੀਤ ਕਰਨ ਦੇ ਲੱਖਾਂ ਰੁਪਏ ਲੈਂਦੇ ਆ, ਉਹ ਅਸੀਂ ਬਾਅਦ ਦੇ ਵਿੱਚ ਵੀ ਕਰ ਸਕਦੇ ਹਾਂ। ਕਿਉਂਕਿ ਲੋਕ ਆ ਜਿਹੜੇ ਉਹ ਬਹੁਤ ਛੇਤੀ ਭੁੱਲਾਂ ਬਖਸ਼ ਦਿੰਦੇ ਆ। ਉਹ ਕੋਈ ਵੀ ਆ ਕਿਹਦੀ ਵੀ ਕਿੱਡੀ ਵੱਡੀ ਭੁੱਲ ਸੀ, ਜਾਂ ਉਹਨੂੰ ਇੱਕ ਇਨਸਾਫ ਲੈ ਕੇ ਸੰਘਰਸ਼ ਕਰਕੇ ਉੱਥੇ ਆਓ ਤਾਂ ਫਿਰ ਲੋਕਾਂ ਦੇ ਵਿੱਚ ਖੜ੍ਹਦੇ ਵੀ ਚੰਗੇ ਲੱਗਦੇ ਆ। ਸੋ ਕਿਤੇ ਨਾ ਕਿਤੇ ਆਪਣੇ ਲਈ ਜਿਹੜਾ ਇੱਕ ਕਿੱਤਾ ਬਣਾ ਕੇ ਗੁਰਸਿੱਖੀ ਨੂੰ ਚੱਲ ਰਹੇ ਆ, ਦਰਦ ਬਹੁਤ ਘੱਟ ਹੈ। ਉਹ ਚਾਹੇ ਅਕਾਲੀ ਦਲ ਆ ਤੇ ਉਹ ਚਾਹੇ ਪੰਥਕ ਆਗੂ ਆ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ। ਜਿਵੇਂ ਹੁਣ ਇੱਕ ਲਗਾਤਾਰ ਇਹ ਸਵਾਲ ਉੱਠਦੇ ਰਹੇ ਆ, ਤੁਸੀਂ ਵੀ ਉਠਾ ਰਹੇ ਹੋ, ਦਾਦੂਵਾਲ ਜੀ ਉਠਾ ਰਹੇ ਆ ਕਿ ਬਾਦਲ ਕੇ ਜਾਂ ਡੇਰਾ ਮੁਖੀ ਹੈ, ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ, ਸਾਹਮਣੇ ਲਿਆਉਣਾ ਚਾਹੀਦਾ। ਅਸੀਂ ਪਿਛਲੇ ਦਿਨੀ ਡੇਰਾ ਪ੍ਰੇਮੀਆਂ ਦੇ ਜਿਹੜੇ ਹੈਗੇ ਆ ਮੁਖੀ ਹੈ, 45 ਮੈਂਬਰੀ ਕਮੇਟੀ ਦੇ ਮੈਂਬਰ ਆ, ਉਹਨਾਂ ਨਾਲ ਵੀ ਅਸੀਂ ਇੰਟਰਵਿਊ ਕੀਤੀ ਸੀ, ਉਹਨਾਂ ਦੀ ਵੀ ਕੀਤੀ ਸੀਗੀ, ਅਤੇ ਬਾਦਲਾਂ ਦੀ ਵੀ ਸਾਰੇ ਪਰਿਵਾਰ ਦੀਆਂ ਪਿਛਲੇ ਸਮੇਂ ਤੁਸੀਂ ਦੇਖਿਆ ਵੀ ਉਹਨਾਂ ਵੱਲ ਤਾਂ ਖੁਦ ਅਰਦਾਸਾਂ ਕੀਤੀਆਂ ਜਾ ਰਹੀਆਂ ਵੀ ਜਿਹੜੇ ਦੋਖੀ ਹੈ ਉਹ ਰਹਿਣ ਨਾ, ਜਾਂ ਜਿਹੜੇ ਇਸ 'ਤੇ ਸਿਆਸਤ ਕਰਦੇ ਹੈ ਉਹਨਾਂ ਨੂੰ ਪਰਮਾਤਮਾ ਦੇਖੇ। ਨਾਲ ਹੀ ਡੇਰਾ ਪ੍ਰੇਮੀਆਂ ਨੇ ਵੀ ਕਿਹਾ ਵੀ ਅਸੀਂ ਵੀ ਕਹਿੰਦੇ ਹਾਂ ਜਿਹੜੇ ਅਸਲ ਦੋਸ਼ੀ ਹੈ ਉਹ ਜ਼ਰੂਰ ਸਾਹਮਣੇ ਆਉਣੇ ਚਾਹੀਦੇ ਆ, ਉਹਨਾਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ। ਅਸਲ ਅਸੀਂ ਵੀ ਇਹੀ ਕਹਿੰਦੇ ਹਾਂ ਜੀ, ਅਸੀਂ ਵੀ ਕਹਿੰਦੇ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ, ਜਿਨ੍ਹਾਂ ਨੇ ਕਰਾਈ, ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਜਾਂ ਜਿਨ੍ਹਾਂ ਨੇ ਕੀਤੀ, ਉਹਨਾਂ ਨੂੰ ਬਚਾ ਰਹੇ ਆ, ਉਹ ਭਾਵੇਂ ਪੋਲੀਟਿਕਸ ਆ ਤੇ ਭਾਵੇਂ ਬਾਬੇ ਆ, ਉਹਨਾਂ ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਤੇ ਉਹਨਾਂ ਦਾ ਇੱਕ ਅੱਖ ਰਹਿਣ ਦੇ ਨਾਲ ਨਹੀਂ ਆ, ਇਹ ਲੋਕਾਂ ਨੇ ਵੀ ਦੇਖਣਾ ਹੁੰਦਾ। ਲੋਕ 5 ਸਾਲ ਬਾਅਦ ਥੋੜ੍ਹਾ ਜਿਹਾ ਗਮਰਾਹ ਹੋ ਕੇ ਉਹ ਫਿਰ ਵੋਟਾਂ ਪਾ ਦਿੰਦੇ ਆ ਉਹਨਾਂ ਨੂੰ ਲਾਲਚ ਦੇ ਵਿੱਚ ਆ ਕੇ। ਇਹ ਸਾਡੀ ਵੀ ਕਿਤੇ ਨਾ ਕਿਤੇ ਆਪਣੀ ਗਲਤੀ ਬਣਦੀ ਆ ਵੀ ਇਹਨਾਂ ਦਾ ਬਾਈਕਾਟ ਹੀ ਕਰ ਦਈਏ, ਵੋਟ ਹੀ ਨਾ ਪਾਈਏ ਤਾਂ 'ਚ ਕੀ ਹੋ ਸਕਦਾ। ਸੋ ਉਹ ਜਿਹੜੀਆਂ ਗੱਲਾਂ ਕਰਦੇ ਆ, ਜੇ ਪਿੱਛੇ ਥੋੜ੍ਹੀ ਜਿਹੀ ਗੱਲ ਕਰੀਏ, ਸਰਸੇਲ ਦੀ ਸਾਧ ਦੀ ਫਿਲਮ ਲਵਾਉਂਦੇ ਆ ਸਰਕਾਰ ਬਾਦਲ ਦੀ। ਜੇ ਬਾਦਲ ਇੰਨਾ ਕੁ ਪੰਥ ਦੇ ਹਿੱਤ 'ਚ ਖੜ੍ਹਦਾ ਤਾਂ ਉਹ ਕਹਿ ਸਕਦਾ ਸੀ ਵੀ ਸਾਡੇ ਪੰਥ ਨੂੰ ਮਨਜ਼ੂਰ ਨਹੀਂ ਆ, ਪੰਜਾਬ ਦੇ ਵਿੱਚ ਫਿਲਮ ਲੱਗਣੀ ਨਹੀਂ ਚਾਹੀਦੀ। ਉਹ ਪੰਜਾਬ ਦੇ ਵਿੱਚ ਉਹ ਪੋਸਟਰ ਜਿਹੜੇ ਆਪਾਂ ਨੇਰੀ ਨੂਰੀ ਉਹਨਾਂ ਫੜ ਜਾਣਾ ਪੋਸਟਰ, ਉਹਨਾਂ ਦੇ ਥੱਲੇ ਵੀ ਉਹਨੇ ਸਿਕਿਉਰਿਟੀ ਗਾਰਡ ਸਰਕਾਰੀ ਲਾਏ ਹੋਏ ਸੀ ਵੀ ਇਹ ਪੋਸਟਰ 'ਤੇ ਵੀ ਕੋਈ ਆਂਚ ਨਾ ਆ ਜੇ। ਅਤੇ ਬਾਬੇ 'ਤੇ ਕਿਵੇਂ ਆਂਚ ਆਉਣ ਦੇ ਦੂਗਾ ਉਹ? ਸੋ ਬਾਬਾ ਤਾਂ ਉਹਦਾ ਇੱਕ ਮਤਲਬ ਮੀਆਂ ਬੀਬੀ ਵਾਲਾ ਰਿਸ਼ਤਾ ਉਹਦਾ ਬਾਬੇ ਨਾਲ ਤਾਂ। ਅਤੇ ਦੂਜੀ ਗੱਲ, 90 ਲੱਖ ਦੇ ਇਸ਼ਤਿਹਾਰ ਸਾਡੀ ਉਹ ਸੰਸਥਾ ਵੱਲੋਂ ਲਾਏ ਜਾ ਰਹੇ ਆ ਜਿਹੜੀ ਸਿੱਖਾਂ ਦੀ ਸੁਪਰੀਮ ਕੋਰਟ ਮੰਨੀ ਜਾਂਦੀ ਆ। ਪੰਥ ਦੇ ਫੈਸਲੇ ਜਿੱਥੋਂ ਹੁੰਦੇ ਆ ਤਾਂ ਬਾਬੇ ਨੂੰ ਮਾਫੀ, ਦੋਸ਼ੀ ਆ ਜੇਲ੍ਹ ਦੇ ਵਿੱਚ ਜਾਂਦਾ, ਅਦਾਲਤ ਦੇ ਵਿੱਚ ਖੜ੍ਹਦਾ, ਉੱਥੇ ਜਾ ਕੇ ਉਹਦੀ ਸੁਣਵਾਈ ਕੀਤੀ ਜਾਂਦੀ ਹੈ ਵਕੀਲ ਦੇ ਥਰੂ, ਫਿਰ ਉਹਦੀ ਕਿਤੇ ਸਮਝੌਤੇ ਆਉਂਦੇ ਆ, ਉਹਦੀ ਮਾਫੀ ਆਉਂਦੀ ਆ ਜਾਂ ਉਹਨੂੰ ਸਜ਼ਾ ਹੁੰਦੀ ਆ। ਤਾਂ ਸਾਡੇ ਪੰਥ ਦੀ ਸਰਮੌਰ ਹਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹਦੀ ਮਾਫੀ ਉਹਦੇ ਘਰੇ ਲੈ ਕੇ ਜਾਂਦੀ ਆ, ਉਹ ਆਪ ਨਹੀਂ ਆਉਂਦਾ, ਉਹਨੂੰ ਮਾਫੀ ਦਿੱਤੀ ਜਾਂਦੀ ਆ, ਉਹਦੀ ਮਾਫੀ ਦੀ ਐਡਵਰਟਾਈਜ਼ ਕੀਤੀ ਜਾਂਦੀ ਆ। 90 ਲੱਖ ਦੇ ਇਸ਼ਤਿਹਾਰ ਜਿਹੜੇ ਅੱਜ ਤੱਕ ਜਨਤਾ ਦੇ ਵਿੱਚ ਜਨਤਕ ਹੋ ਚੁੱਕੇ ਆ, ਉਹ ਸ਼੍ਰੋਮਣੀ ਕਮੇਟੀ ਲਵਾ ਰਹੀ ਆ।
ਸੋ ਕਿਤੇ ਨਾ ਕਿਤੇ ਜਿਹੜੀ ਸ਼੍ਰੋਮਣੀ ਕਮੇਟੀ ਆ ਇਹ ਬਾਦਲਾਂ ਦੀ ਕਠਪੁਤਲੀ ਆ। ਬਾਦਲਾਂ ਦੇ ਕਹਿਣ ਤੇ ਟਾਈਮ ਸੀਗਾ ਅਕਾਲੀ ਫੂਲਾ ਸਿੰਘ ਵਰਗਿਆਂ ਨੇ ਉਸ ਟਾਈਮ ਦੇ ਮਹਾਰਾਜਿਆਂ ਨੂੰ ਤਲਬ ਕੀਤਾ ਸੀ ਗਲਤੀਆਂ ਹੋਣ ਤੇ ਜਥੇਦਾਰ ਹੋਏ ਆ। ਪਰ ਅੱਜ ਦੇ ਸਾਡੇ ਜਥੇਦਾਰ ਆ ਜਿਹੜੇ ਉਹ ਇੱਕ ਪੋਲੀਟਿਕਸ ਦੀ ਰਾਜਨੀਤੀ ਚੋਂ ਨਿਕਲ ਕੇ ਆਉਂਦੇ ਆ, ਉਹਨਾਂ ਨੂੰ ਜਥੇਦਾਰ ਬਣਾਇਆ ਜਾਂਦਾ। ਸ਼੍ਰੋਮਣੀ ਕਮੇਟੀ ਦਾ ਸਾਡਾ ਪ੍ਰਧਾਨ ਪਹਿਲਾਂ ਅਕਾਲੀ ਦਲ ਦਾ ਐਮਐਲਏ ਰਹਿੰਦਾ, ਉਸ ਤੋਂ ਬਾਅਦ ਪ੍ਰਧਾਨਗੀ ਦਿੱਤੀ ਜਾਂਦੀ ਆ। ਸੋ ਜਿਹੜੇ ਮੈਂ ਤਾਂ ਉੱਥੇ ਇਹ ਵੀ ਕਹਿਣਾ ਚਾਹੁੰਦਾ ਵੀ ਸ਼੍ਰੋਮਣੀ ਕਮੇਟੀ ਇੱਕ ਸਰਮੌਰ ਸੰਸਥਾ ਹੋਣ ਦੇ ਨਾਤੇ, ਧਾਰਮਿਕ ਸੰਸਥਾ ਹੋਣ ਦੇ ਨਾਤੇ, ਸਿੱਖਾਂ ਦਾ ਪੱਖ ਪੂਰਨ ਵਾਲੀ ਸੰਸਥਾ ਹੋਣ ਦੇ ਨਾਤੇ ਉਹਦੇ ਵਿੱਚ ਪੂਰਨ ਗੁਰਸਿੱਖ ਦੀ ਉੱਥੇ ਜਿਹੜੀ ਇਨਵੋਲਵਮੈਂਟ ਰਹਿਣੀ ਚਾਹੀਦੀ ਆ। ਚਾਹੇ ਉਹ ਪ੍ਰਧਾਨ ਆ, ਚਾਹੇ ਜਥੇਦਾਰ ਦੀ ਤਾਂ ਬਣਦੀ ਆ, ਪ੍ਰਧਾਨ ਨੂੰ ਵੀ ਪੂਰਾ ਗਿਆਨ ਹੋਣਾ ਚਾਹੀਦਾ। ਕਿਉਂਕਿ ਸਾਡੇ ਪ੍ਰਧਾਨ ਸਾਹਿਬ ਵੀ ਇਹ ਨਹੀਂ ਪੰਗਤ ਹੀ ਨਹੀਂ ਪਤਾ ਹੁੰਦਾ ਤੁਕ ਕਿੱਥੋਂ ਕਿਹੜੀ ਆ, ਕਿਹੜੀ ਗੁਰਬਾਣੀ ਦੀ ਤੁਕ ਆ ਤੇ ਕਿੱਥੇ ਅਸੀਂ ਬੋਲਣੀ, ਉਹ ਕਿਵੇਂ ਬੋਲਦੇ ਆ। ਸੋ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਆ ਉਹ ਸਿੱਖਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਨੀ ਕੁ ਜਾ ਚੁੱਕੀ ਆ, ਗਿਰਾਵਟ ਇੰਨੀ ਕੁ ਕਰ ਚੁੱਕੇ ਆ। ਤੇ ਅੱਜ ਜਿਹੜੀਆਂ ਸਾਡੇ ਖਿਲਾਫ ਸਾਨੂੰ ਉਹ ਗੱਲਾਂ ਸੁਣਨ ਨੂੰ ਮਿਲ ਰਹੀਆਂ, ਜਿਹੜੀਆਂ ਅਕਾਲੀ ਦਲ 1920 ਵਾਲਾ 1919 ਵਾਲਾ ਜਦੋਂ ਦਾ ਹੋਂਦ ਚ ਆਇਆ ਸੀ, ਜਿਹੜੀਆਂ ਕਦੇ ਬਰਦਾਸ਼ਤ ਨਹੀਂ ਕਰਦਾ ਸੀ, ਅੱਜ ਉਹ ਅਕਾਲੀ ਦਲ ਉਹ ਗੱਲਾਂ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਹਿੱਤਾਂ ਤੇ ਜਾਂ ਸਿੱਖ ਪੰਥ ਤੇ ਆਪ ਖੁਦ ਕੁਹਾ ਰਿਹਾ ਡੇਰੇ ਨਾਲ ਯਾਰੀ ਲਾ ਕੇ। ਪੰਜਾਬ ਦੀ ਸਰਕਾਰ ਹੋਵੇ, ਪੰਜਾਬ ਦਾ ਅਕਾਲੀ ਦਲ ਹੋਵੇ, ਪੰਜਾਬ ਦੇ ਸਿੱਖਾਂ ਦੇ ਹਿੱਤਾਂ ਵਾਸਤੇ ਬਣਿਆ ਹੋਵੇ ਤੇ ਇਸ਼ਤਿਹਾਰ ਆਵੇ ਵੀ ਸਾਨੂੰ ਵੋਟਾਂ ਦੇ ਲਈ ਜਿੱਥੇ ਵੀ ਜਾਣਾ ਪਊਗਾ ਅਸੀਂ ਜਾਵਾਂਗੇ। ਸੋ ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਆ। ਜਿਹੜੇ ਆਪਣੇ ਗੁਰੂ ਦੇ ਨਹੀਂ ਬਣਦੇ ਉਹ ਪੰਜਾਬ ਦੇ ਲੋਕਾਂ ਦੇ ਕਿੱਥੋਂ ਬਣਨਗੇ। ਅਸੀਂ ਇਹੀ ਬੇਨਤੀ ਕਰਦੇ ਵੀ ਇਹਨਾਂ ਤੋਂ ਕਿਨਾਰਾ ਕਰੋ। ਇਹ ਪੂਰਨ ਦੋਸ਼ੀ ਆ ਕਿਉਂਕਿ ਉਸ ਟਾਈਮ ਦਾ ਗ੍ਰਹਿ ਮੰਤਰੀ ਆ। ਇਹ ਗੋਲੀਆਂ ਚਲਾਉਣ ਦੇ ਵਿੱਚ ਇਹਨਾਂ ਦੀ ਗੱਲ ਹੁੰਦੀ ਆ। ਸੀਐਮ ਹਾਊਸ ਦੀਆਂ ਕਾਲਾਂ ਡਿਟੇਲਾਂ ਆਪਾਂ ਖੁਦ ਸਾਰਿਆਂ ਨੇ ਚੈੱਕ ਕਰ ਚੁੱਕੇ ਆ ਇਨਵੈਸਟੀਗੇਸ਼ਨ ਟੀਮ ਦੇ ਵਿੱਚ। ਮਨਤਾਰ ਬਰਾੜ ਏਰੀਏ ਦਾ ਹੋਣ ਦੇ ਨਾਤੇ ਇਹਨੂੰ ਪਤਾ ਸਾਰਾ ਕੀ ਕੁਝ ਹੋਇਆ। ਸੈਣੀ ਸਾਹਿਬ ਦੀ ਮੀਟਿੰਗ ਇੱਥੇ ਹੁੰਦੀ ਆ, ਜਨਤਕ ਗੱਲਾਂ ਜਿਹੜੀਆਂ ਸਰਕਾਰਾਂ ਹੁੰਦੀਆਂ, ਮੌਜੂਦਾ ਸਰਕਾਰਾਂ ਹੁੰਦੀਆਂ, ਐਮਐਲਏ ਹੋ ਗਿਆ, ਮੰਤਰੀ ਹੋ ਗਿਆ, ਗ੍ਰਹਿ ਮੰਤਰੀ ਹੋ ਗਿਆ, ਉਹਨਾਂ ਦਾ ਫਰਜ਼ ਬਣਦਾ ਹੈ ਜਦੋਂ ਇਹੋ ਜਿਹੀ ਕੋਈ ਵੀ ਈਵੈਂਟ ਹੁੰਦੀ ਹੈ ਜਾਂ ਕੁਝ ਵੀ, ਉਹਨਾਂ ਦਾ ਫਰਜ਼ ਬਣਦਾ ਹੈ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਰੋਕਿਆ ਜਾਵੇ ਜਾਂ ਕੋਈ ਗੱਲਬਾਤ ਕੀਤੀ ਜਾਵੇ। ਫਰਜ਼ ਬਣਦਾ ਜੀ, ਫਰਜ਼ ਬਣਦਾ, ਮੈਂ ਮੰਨਦਾ ਫਰਜ਼ ਬਣਦਾ, ਵਾਇਲੈਂਸ ਨਾ ਕੀਤੀ ਜਾਵੇ, ਫਰਜ਼ ਬਣਦਾ। ਪਰ ਜੇ ਸਰਕਾਰਾਂ ਖੁਦ ਵਾਇਲੈਂਸ ਕਰਦੀਆਂ, ਸਰਕਾਰਾਂ ਖੁਦ ਗੋਲੀਆਂ ਚਲਾਉਂਦੀਆਂ, ਉਹ ਕਿੱਦਾਂ ਦਾ ਫਰਜ਼ ਆ, ਉਹ ਕਿੱਦਾਂ ਦਾ ਇਨਸਾਫ ਆ। ਪੰਥਕ ਸਰਕਾਰ ਸੀ, ਕੋਈ ਇੱਥੇ ਤੇ AK-47 ਲੈ ਕੇ ਨਹੀਂ ਬੈਠੇ ਸੀਗੇ, ਕੋਈ ਇਹਨਾਂ ਕੋਲੇ ਬੰਬ ਨਹੀਂ ਸੀਗੇ ਵੀ ਜਿਹੜੇ ਇਹਨਾਂ ਨੇ ਪੰਜਾਬ ਤਬਾਹ ਕਰਨਾ। ਪੰਜਾਬ ਦੇ ਲੋਕ ਪੰਜਾਬ ਦੇ ਆਪਦੇ ਘਰਾਂ ਦੇ ਵਿੱਚ ਆਪਦੇ ਸੜਕਾਂ ਤੇ ਆ ਕੇ ਉਹ ਇੱਕ ਗੁਰੂ ਪਿਤਾ ਦਾ ਰੋਸ ਲੈ ਕੇ ਬੈਠੇ ਸੀ ਵੀ ਅਸੀਂ ਉਹਨਾਂ ਟਾਈਮ ਆਪਦੇ ਘਰੇ ਨਹੀਂ ਜਾਂਦੇ ਜਿੰਨਾ ਟਾਈਮ ਸਾਡੇ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ ਜਾਂ ਦੋਸ਼ੀ ਜੇਲ੍ਹਾਂ ਦੇ ਵਿੱਚ ਨਹੀਂ ਜਾਂਦੇ, ਤੁਸੀਂ ਉਹਨਾਂ ਨੂੰ ਫੜਦੇ ਨਹੀਂ, ਅਸੀਂ ਇੱਥੇ ਬੈਠੇ ਅਸੀਂ ਕੋਈ ਨੁਕਸਾਨ ਨਹੀਂ ਕਰਦੇ। ਤੁਹਾਡਾ ਇਹੀ ਮੰਨਣਾ ਹੈ ਕਿ ਵੀ ਜੇ ਚਲੋ ਉੱਦਾਂ ਬੈਠੇ ਸੀ 2 ਦਿਨ ਹੋਰ ਬਹਿ ਜਾਂਦੇ, 4 ਦਿਨ ਬਹਿ ਜਾਂਦੇ, ਜੇ ਇਹ ਡਾਂਗਾ ਸੂਟੀਆਂ ਨਾ ਚੱਲਦੀਆਂ ਤਾਂ ਹੋ ਸਕਦਾ ਅੱਜ ਤੁਹਾਡੇ ਪਿਤਾ ਨੂੰ ਵੀ ਜਾਨ ਨਾ ਗਵਾਉਣੀ ਪੈਂਦੀ, ਹੋ ਸਕਦਾ ਕਿਤੇ ਨਾ ਕਿਤੇ ਇਨਸਾਫ ਮਿਲ ਜਾਂਦਾ। ਬਿਲਕੁਲ, ਜੇ ਉਸ ਟਾਈਮ ਇਹ ਆਪਣੇ ਆਪ ਨੂੰ ਪੰਥਕ ਕਹਾਉਂਦੇ ਹੁੰਦੇ, ਇਹ ਆਪ ਆਉਂਦੇ, ਇਹਨਾਂ ਨੇ ਕੁਰਸੀਆਂ ਪਿਆਰੀਆਂ ਕਿਉਂ ਰੱਖੀਆਂ, ਆਪ ਆਉਂਦੇ, ਕੇਂਦਰ ਤੇ ਵੀ ਜ਼ੋਰ ਬਣਦਾ ਜਾਂ ਜਿਹੜੀਆਂ ਇੰਟੈਲੀਜੈਂਸ ਆ ਉਹਨਾਂ ਨੂੰ ਪਤਾ ਹੁੰਦਾ ਵੀ ਪੰਜਾਬ ਦੇ ਵਿੱਚ ਆਹ ਗੱਲ ਹੋਈ ਆ। ਉੱਥੋਂ ਦਾ ਸੀਐਮ ਜਾ ਕੇ ਖੁਦ ਉੱਥੇ ਧਰਨਾ ਲਾ ਰਿਹਾ, ਮੌਜੂਦਾ ਸੀਐਮ ਹੋਣ ਦੇ ਨਾਂ ਤੇ ਉਹ ਆਪ ਆਉਂਦਾ ਵੀ ਉਹਨਾਂ ਟਾਈਮ ਪੁਲਿਸ ਇੱਥੇ ਮੇਰੇ ਕੋਲੇ ਦੋਸ਼ੀ ਫੜ ਕੇ ਲੈ ਕੇ ਆਵੇ, ਫਿਰ ਅਸੀਂ ਉੱਠਾਂਗੇ, ਫਿਰ ਅਸੀਂ ਕਰਾਂ। ਕਿਉਂਕਿ ਗੁਰੂ ਦੀ ਬੇਅਦਬੀ ਹੋਈ ਸੀ, ਕਿਸੇ ਬੰਦੇ ਦੀ ਨਹੀਂ ਹੋਈ ਸੀ, ਕਿਸੇ ਬੰਦੇ ਦਾ ਕਤਲ ਨਹੀਂ ਹੋਇਆ ਸੀ। ਸਾਡੇ ਗੁਰੂ ਨੂੰ, ਮਨੁੱਖਤਾ ਦਾ ਗੁਰੂ ਜਿਹਨੂੰ ਜੀਵਤ ਗੁਰੂ ਦਾ ਦਰਜਾ ਮਿਲਿਆ, ਉਸ ਦੀ ਬੇਅਦਬੀ ਹੋਈ ਸੀ। ਉਹਦੇ ਸੰਬੰਧ ਵਿੱਚ ਜਿਹੜੀ ਅਕਾਲੀ ਦਲ ਧਿਰ ਸੀ ਜਿਹੜੀ ਕਹਿੰਦੀ ਆ ਅਸੀਂ ਗੁਰੂ ਨੂੰ ਸਮਰਪਿਤ ਆ, ਤਾਂ ਉਹ ਧਿਰ ਨੂੰ ਹੀ ਕੋਈ ਵਾਸਤਾ ਨਹੀਂ ਹੈ, ਉਸ ਨੂੰ ਨਰਾਦਰਦਾ ਹੀ ਨਹੀਂ। ਉਹਨੇ ਉਹ ਜਿਹੜੇ ਰੋਸ ਕਰ ਰਹੇ ਸੀ ਉਹ ਭਾਵੇਂ ਧਾਰਮਿਕ ਸੀਗੇ, ਭਾਵੇਂ ਆਮ, ਉੱਥੇ ਆਮ ਸਿੱਖ ਗਿਆ। ਜੇ ਮੈਂ ਕਹਾਂ ਵੀ ਇਕੱਲਾ ਸਿੱਖਾਂ ਦਾ ਨਹੀਂ, ਉੱਥੇ ਹਿੰਦੂ ਵੀ ਸੀਗੇ, ਉੱਥੇ ਈਸਾਈ ਵੀ ਹੋਣਗੇ, ਉੱਥੇ ਹਿੰਦੂ ਜਿਹੜੇ ਕੱਟੜੇ ਹਿੰਦੂ ਉਹ ਵੀ ਸੀਗੇ, ਕਿਉਂਕਿ ਗੁਰੂ ਦੀ ਬੇਅਦਬੀ ਹੋਈ ਸੀ, ਉੱਥੇ ਸਾਰੇ ਆਏ ਸੀ। ਤਾਂ ਉੱਥੇ ਸੀਐਮ ਆਉਂਦਾ, ਹੋ ਸਕਦਾ ਗੋਲੀ ਨਾ ਚੱਲਦੀ, ਜਿਹਨੇ ਖੁਦ ਚਲਵਾਈਆਂ ਕਹਿ ਕੇ ਉਹ ਨਾ ਚਲਾਉਂਦਾ, ਜੇ ਉਹਨੇ ਫੋਨ ਤੇ ਗੋਲੀ ਚਲਾਉਂਦਾ ਕਹਿ ਸਕਦਾ ਆ ਜਾਂਦਾ, ਲੋਕਾਂ ਨੇ ਕਿਹੜਾ ਮਾਰਨਾ ਸੀ। ਤਾਂ ਹੋ ਸਕਦਾ ਦੋਸ਼ੀ ਅੱਜ ਨੂੰ ਫੜੇ ਹੁੰਦੇ, ਪਿਤਾ ਜੀ ਵੀ ਸਾਡੇ ਵਿੱਚ ਹੁੰਦੇ, ਤਾਂ ਇਹ ਏਡਾ ਘਟਨਾਕ੍ਰਮ ਜਿਹੜਾ ਹੋਣਾ ਹੀ ਨਹੀਂ ਸੀਗਾ। ਆਖਰੀ ਸਵਾਲ ਹੈ ਮੇਰਾ, ਪਹਿਲਾ ਸਵਾਲ ਜਿਹੜਾ ਕੀਤਾ ਸੀ ਉਸੇ ਸਵਾਲ ਤੇ ਆਪਾਂ ਆਉਣੇ ਆ। ਕੀ ਲੱਗਦਾ ਹੈ ਸੁਖਰਾਜ ਜੀ, ਹੁਣ ਜਿਹੜੀਆਂ ਸੰਗਤਾਂ ਨੂੰ ਇਨਸਾਫ ਮਿਲੂਗਾ? ਕਿਉਂਕਿ ਬਾਈਬਲ ਗੋਲੀकांड ਦੇ ਨਾਲ ਨਾਲ ਜਿਹੜੀ ਹੈਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸੈੱਟ ਬਣਾਈ ਗਈ ਸੀ, ਉਹਨਾਂ ਵੱਲੋਂ ਵੀ ਹੁਣ ਤੇਜ਼ੀ ਲਿਆਂਦੀ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਇਨਸਾਫ ਮਿਲੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਇਨਸਾਫ ਲਈ ਉਦੋਂ ਤੋਂ ਸੰਗਤਾਂ ਜਿਹੜੀਆਂ ਇੰਤਜ਼ਾਰ ਕਰ ਰਹੀਆਂ, ਹੁਣ ਲੱਗਦਾ ਹੈ ਉਹਨਾਂ ਨੂੰ ਇਨਸਾਫ ਮਿਲੇਗਾ ਕਿ ਇਹ ਵੀ ਜਿਹੜੀ ਵੋਟਾਂ ਦੀ ਰਾਜਨੀਤੀ ਉਹ ਕਰਿਆ ਜੂਗੀ? ਦੇਖੋ, ਜੇ ਅੱਜ ਤੱਕ ਇਨਵੈਸਟੀਗੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਅੱਜ ਤੱਕ ਇਨਵੈਸਟੀਗੇਸ਼ਨ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਆ। ਜੇ ਡੇਰਾ ਪ੍ਰੇਮੀ ਵੀ ਫੜੇ ਗਏ ਆ ਤਾਂ ਇਹਨਾਂ ਤੇ ਵੀ ਤਗੜੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਹੈ ਵੀ ਆਪ ਸਾਡੇ ਪਿੰਡਾਂ ਦੇ ਲੋਕਾਂ ਨੇ ਉੱਠ ਕੇ ਕੀਤਾ, ਨਹੀਂ, ਇਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ, ਇਹਨਾਂ ਨੂੰ ਲਾਲਚ ਦਿੱਤੇ ਗਏ ਇਹਦੇ ਵਾਸਤੇ। ਸੋ ਇਹਨਾਂ ਨੇ ਬੇਅਦਬੀ ਕੀਤੀ ਆ, ਇਹਨਾਂ ਤੋਂ ਕਰਵਾਈ ਕਿਹਨੇ ਆ?
ਇਹਨਾਂ ਦੀ ਪਲੈਨਿੰਗ ਕਿਹਨੇ ਕਰਵਾਈ ਆ, ਜਿਨ੍ਹਾਂ ਦੀਆਂ ਮੀਟਿੰਗਾਂ ਕਿੱਥੇ ਹੁੰਦੀਆਂ। ਇਹ ਤਾਂ ਹੈ ਨਹੀਂ ਵੀ ਅੱਜ ਮੈਂ ਸੋਚਾਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਚੱਕ ਲਿਆਉਂਗਾ ਤੇ ਮੈਂ ਆ ਕੇ ਐਡਾ ਸੌਖਾ ਕੰਮ ਨਹੀਂ ਆ, ਕਿਉਂਕਿ ਮੈਨੂੰ ਦੇਖਦੇ ਵੀ ਆ, ਫਿਰ ਉਹਨਾਂ ਨੂੰ ਮੈਨੇਜ ਕਰਦੇ ਆ, ਉਹਨਾਂ ਨੂੰ ਪਾਸੇ ਕਰਨਾ, ਲੈ ਕੇ ਜਾਣਾ। ਮਹੀਨਾ 2 ਮਹੀਨੇ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਰੱਖਿਆ, ਉਹਨਾਂ ਦੇ ਅੰਗ ਖਿਲਾਰੇ, ਫਿਰ ਕਿਤੇ ਇੱਥੇ ਖਿਲਾਰੇ, ਕਿਤੇ ਕਿੱਧਰ ਖਿਲਾਰੇ, ਲੋਕ ਪਜਲ ਕੀਤੇ। ਸੋ ਇਹਦਾ ਕਿਤੇ ਨਾ ਕਿਤੇ ਪਲੈਨਿੰਗ ਕੀਤੀ ਗਈ ਆ ਬਹੁਤ ਵੱਡੀ, ਤੇ ਉਹ ਪਲੈਨਿੰਗ ਤੇ ਮਾਸਟਰ ਮਾਈਂਡ ਆ ਜਿਹੜੇ ਉਹ ਜਿੱਥੋਂ ਹੋਈ ਆ ਉਹਨਾਂ ਤੱਕ ਜਿਹੜੀ ਇਹ ਸੈੱਟ ਨੂੰ ਜਾਣਾ ਚਾਹੀਦਾ। ਤਾਂ ਇਹਦੇ ਨਾਲ ਸਰਕਾਰ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਵੀ ਹਾਂ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਟੀਮ ਆ ਉੱਥੋਂ ਤੱਕ ਪਹੁੰਚੇ। ਤਾਂ ਉਹਦੇ ਵਿੱਚ ਸਿੱਧਾ ਸਾਫ਼ ਸਰਸੇ ਡੇਰੇ ਦਾ ਨਾਂ ਆਉਂਦਾ, ਕਿਉਂਕਿ ਸਰਸੇ ਡੇਰੇ ਦੀਆਂ ਜਿਹੜੀ ਆ ਉਸ ਟਾਈਮ ਦੀ ਸੰਗਤ ਘਟ ਰਹੀ ਸੀ, ਕਹਿ ਲਓ। ਉਹਨਾਂ ਦੇ ਜਿਹੜੇ ਪੈਰੋਕਾਰ ਵਧਣੇ ਚਾਹੀਦੇ ਸੀ ਨਾ, ਤਾਂ ਸਿੱਖੀ ਪ੍ਰਤੀ ਇੰਨਾ ਕੁ ਪਿਆਰ ਹੋ ਚੱਲਿਆ ਸੀ। 1-2 ਦੀਵਾਨ ਲੱਗਦੇ ਉਹਨਾਂ ਦੇ ਵਿੱਚ, ਕਈ ਡੇਰੇਦਾਰ ਆ ਜਿਹੜੇ ਉਹ ਆਪਣੇ ਲੋਕਟ ਲਾ ਕੇ ਨਾਲੀਆਂ 'ਚ ਸੱਟ ਜਾਂਦੇ ਆ ਜਾਂ ਇੱਦਾਂ ਕਰਦੇ ਆ। ਉਹ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ। ਤਾਂ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਵੀ ਅੱਜ ਸਾਡੇ ਤੇ ਹੈਵੀ ਹੋ ਰਹੇ ਆ। ਸੋ ਉਹਨਾਂ ਨੇ ਬੇਅਦਬੀ ਕੀਤੀ, ਭਾਵਨਾਵਾਂ ਨਾਲ ਖਿਲਵਾੜ ਕੀਤਾ। ਮੇਰਾ ਸਵਾਲ ਇਹੀ ਸੀਗਾ ਵੀ ਇਨਸਾਫ ਦੀ ਗੱਲ ਕਰਦੇ ਆ ਆਪਾਂ, ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ? ਤੁਹਾਨੂੰ ਗੋਲੀकांड ਦਾ ਮਿਲੂਗਾ, ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ? ਕਿ ਇਹ ਹੁਣ ਸਿਰਫ ਵੋਟਾਂ ਦੀ ਰਾਜਨੀਤੀ ਹੈ, ਕਿਉਂਕਿ ਵੋਟਾਂ ਨੇੜੇ ਆ ਗਈਆਂ, ਇੱਥੋਂ ਤੱਕ ਹੀ ਸੀਮਤ ਹੈ? ਇਨਸਾਫ ਮਿਲਣ ਦੀ ਆਸ ਹੈ ਜੀ। ਮਿਲਣਾ ਨਹੀਂ ਮਿਲਣਾ ਮੈਂ ਕਹਿ ਨਹੀਂ ਸਕਦਾ, ਨਹੀਂ ਮਿਲਣਾ ਵੀ ਨਹੀਂ ਕਿਹਾ ਜਾ ਸਕਦਾ, ਤੇ ਜੇ ਕਹਾਂਗੇ ਆਪਾਂ ਮਿਲ ਜੂਗਾ, ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਸਾਲਵੇ ਦੀ ਮਿਲ ਜੂਗਾ। ਆਸ ਲੈ ਕੇ ਉਹਨਾਂ ਦੇ ਨਾਲ ਮਤਲਬ ਚੱਲ ਰਹੇ ਆ, ਸਾਥ ਦੇ ਰਹੇ ਆ ਵੀ ਜਿੱਥੇ ਸਾਨੂੰ ਖੜਨਾ ਚਾਹੀਦਾ, ਜਿੱਥੇ ਸਾਡਾ ਯੋਗਦਾਨ ਬਣਦਾ ਵੀ ਅੱਜ ਆਹ ਕੋਰਟ ਦੇ ਵਿੱਚ ਫਲਾਨਾ ਅਰੈਸਟ ਹੋਇਆ, ਉੱਥੇ ਜਾ ਕੇ ਸਾਨੂੰ ਉਹਦੇ ਲਈ ਵਕੀਲ ਕਰਦਾ ਮੈਂ, ਖੜਦੇ ਆ ਨਾਲ ਵੀ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਸਿਰੇ ਤੱਕ ਕੌਣ ਸੀ, ਉਹ ਤੋਂ ਪੁੱਛਗਿੱਛ ਦੇ ਲਈ ਜਿੰਨਾ ਸਾਡਾ ਆਪਦਾ ਬਣਦਾ ਯੋਗਦਾਨ ਹੈ। ਜ਼ਰੂਰੀ ਨਹੀਂ ਹੈ ਵੀ ਇਕੱਲੇ ਸਰਕਾਰੀ ਵਕੀਲ ਜਾਂਦੇ, ਸਾਡਾ ਆਪਦਾ ਖੁਦ ਦਾ ਵਕੀਲ ਵੀ ਉੱਥੇ ਜਾਂਦਾ। ਸੋ ਇਸੇ ਤਰ੍ਹਾਂ ਹੀ ਇਹਦਾ ਜਿਹੜਾ ਇਨਵੈਸਟੀਗੇਸ਼ਨ ਟੀਮ ਦੇ ਨਾਲ ਸਾਥ ਦੇ ਰਹੇ ਆ ਇਨਸਾਫ ਲੈਣ ਦੇ ਲਈ ਵੀ ਇਨਸਾਫ ਜਲਦੀ ਦਿਓ। ਪਰ ਉਹ ਸਰਕਾਰਾਂ ਦੀ ਆ ਜਿਹੜੀ ਮਾਸਟਰਮਾਈਂਡ ਕੀ ਕਹਿੰਦਾ ਵੀ ਉਹ ਵੋਟਾਂ ਦੀ ਰਾਜਨੀਤੀ ਕਰ ਰਹੇ ਆ ਜਾਂ ਇਹਨਾਂ ਨੂੰ ਕਿੱਦਾਂ ਘੁਮਾ ਰਹੇ ਆ, ਉਹ ਸਰਕਾਰਾਂ ਦੱਸ ਸਕਦੀਆਂ। ਪਰ ਅਸੀਂ ਆਸ ਲੈ ਕੇ ਚੱਲ ਰਹੇ ਹਾਂ। ਇੱਕ ਆਸ ਆ ਮਨ 'ਚ, ਆਸ ਦੇ ਸਿਰ 'ਤੇ ਹੀ ਜਿਹੜੇ ਪ੍ਰੋਗਰਾਮ ਜਥੇਬੰਦੀਆਂ ਕਰਦੀਆਂ ਬਈ ਇੱਕ ਅਸੀਂ ਸਰਕਾਰ ਤੋਂ ਇਨਸਾਫ ਲੈਣਾ, ਕਿਉਂਕਿ ਅਸੀਂ ਇਸ ਟਾਈਮ ਗੁਲਾਮੀ ਦੇ ਵਿੱਚ ਆ। ਇਨਸਾਫ ਲੈਣ ਦੇ ਸਾਡਾ ਆਪਦਾ ਰਾਜ ਭਾਗ ਨਹੀਂ ਹੈ। ਜੇ ਆਪਦਾ ਰਾਜ ਭਾਗ ਆ ਤਾਂ ਉਹ ਵੱਖਰੀ ਗੱਲ ਹੁੰਦੀ ਆ। ਅਸੀਂ ਵੋਟਾਂ ਦੀ ਰਾਜਨੀਤੀ 'ਤੇ ਸਾਰਾ ਜਿਹੜਾ ਪੰਜਾਬ ਆ ਚੱਲ ਰਿਹਾ, ਤਾਂ ਉਹਦੇ ਕਰਕੇ ਇਨਸਾਫ ਦੀ ਆਸ 'ਤੇ ਚੱਲ ਰਹੇ ਹਾਂ। ਆਸ ਹੈ ਇਨਸਾਫ ਲੈਣਾ। ਕਿਸ਼ਨ ਭਗਵਾਨ ਸਿੰਘ ਜਿਨ੍ਹਾਂ ਦੀ ਜਾਨ ਗਈ ਸੀ ਬਾਈਬਲ ਗੋਲੀकांड ਦੇ ਵਿੱਚ, ਅੱਜ ਉਹਨਾਂ ਦੇ ਅਸੀਂ ਗ੍ਰਹਿ ਪਹੁੰਚੇ ਸੀ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਇਹੀ ਕਿਹਾ ਕਿ ਜਿਹੜੀਆਂ ਸੈਟਸ ਬਣਾਈ ਗਈ ਹੈ, ਜੇਕਰ ਬੇਅਦਬੀ ਦੀ ਗੱਲ ਕਰ ਲਈਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜੀ ਇਨਸਾਫ ਲਈ ਸੈੱਟ ਬਣਾਈ ਗਈ ਸੀਗੀ, ਜੇ ਬਾਈਬਲ ਗੋਲੀकांड ਕੋਟਕਪੂਰਾ ਗੋਲੀकांड ਦੀ ਸੈੱਟ ਬਣਾਈ ਗਈ ਸੀ, ਉਹਨਾਂ ਵੱਲੋਂ ਆਪ ਦੇ ਤੌਰ 'ਤੇ ਜਿਹੜਾ ਕੰਮ ਬੜਾ ਤੇਜ਼ੀ ਲਿਆਂਦੀ ਗਈ ਹੈ, ਵਧੀਆ ਕੀਤਾ ਜਾ ਰਿਹਾ। ਅਤੇ ਇਹਨਾਂ ਦਾ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਹਿ ਨਹੀਂ ਸਕਦੇ, ਪਰ ਸਾਨੂੰ ਆਸ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੁਣ ਹੋ ਸਕਦਾ ਉਹਨਾਂ ਨੂੰ ਜਿਹੜਾ ਇਨਸਾਫ ਦੀ ਕਿਰਨ ਜਾਗੀ ਹੈ, ਇਨਸਾਫ ਮਿਲੇ। ਜਿਹੜੀਆਂ ਬੇਅਦਬੀ ਦੀ ਲੰਬੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੇ ਇਨਸਾਫ ਦੇ ਲਈ ਸੰਗਤਾਂ ਜਿਹੜੀਆਂ ਇੰਤਜ਼ਾਰ ਕਰ ਰਹੀਆਂ, ਉਹਨਾਂ ਨੂੰ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਨਸਾਫ ਮਿਲ ਜੇ। ਫਰੀਦਕੋਟ ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਜੀਤ ਰਮਾਣਾ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।